ਅੱਜ ਆਪਾਂ 522 522 ਅੰਗ ਤੋਂ ਗਿਆਨ ਸ਼ੁਰੂ ਕਰਨ ਲੱਗੇ ਹਾਂ। ਉਹ ਜਿਹੜੀ ਗੁਜਰੀ ਰਾਗ ਦੇ ਵਿੱਚ ਪੰਜਵੀਂ ਪਾਤਸ਼ਾਹੀ ਦੀ ਵਾਰ ਉਹਦੀ 15ਵੀਂ ਪੌੜੀ ਆਪਾਂ ਲੈ ਰਹੇ ਹਾਂ। ਉਹਦੇ ਸ਼ਲੋਕ ਇਹਦੇ ਵਿੱਚ ਮਹਾਰਾਜ ਆਪਾਂ ਨੂੰ ਗਿਆਨ ਦਿੰਦੇ ਆ ਕਿ ਜਿਹੜਾ ਵੀ ਇਨਸਾਨ ਜਿਹੜਾ ਹੈਗਾ, ਜਿਹਦੇ ਇਨਸਾਨ ਦੇ ਭਗਤੀ ਜਿਹੜੀ ਹੈਗੀ ਆ, ਆਤਮਿਕ ਯਾਤਰਾ ਜਿਹੜੀ ਹੈਗੀ ਆ, ਆਪਣੇ ਆਪ ਨੂੰ ਜਾਣਨਾ ਜਿਹੜਾ ਹੈਗਾ, ਜਿਹੜਾ ਇਨਸਾਨ ਇਸ ਪਾਸੇ ਨੂੰ ਨਹੀਂ ਤੁਰਦਾ, ਜਿਹੜੇ ਕੰਮ ਵਾਸਤੇ ਮਾਲਕ ਪਰਮਾਤਮਾ ਨੇ ਦੁਨੀਆ ਦੇ ਵਿੱਚ ਭੇਜਿਆ ਹੈਗਾ, ਤੇ ਫਿਰ ਜਿਹੜਾ ਹੈਗਾ ਕਿਉਂ ਨਹੀਂ ਤੁਰਦਾ? ਕਿਉਂਕਿ ਉਹ ਮਾਇਆ ਦੇ ਵਿੱਚ, ਸਵਾਦਾਂ ਦੇ ਵਿੱਚ ਜਿਹੜਾ ਹੈਗਾ ਉਹਦੇ ਵਿੱਚ ਹੀ ਗਲਤਾਨ ਹੋ ਜਾਂਦਾ ਹੈ। ਇਸ ਕਰਕੇ ਜਿਹੜਾ ਹੈਗਾ ਉਹ ਆਤਮਿਕ ਯਾਤਰਾ ਨਹੀਂ ਕਰ ਸਕਦਾ, ਤੇ ਫਿਰ ਗੇਮ ਕਹਿੰਦੇ ਹੋਰ ਜ਼ਿਆਦਾ ਹਾਰਡ ਹੋਈ ਜਾਂਦੀ ਹੈ। ਕਿਉਂਕਿ ਉਸਨੇ ਜਿਹੜਾ ਹੈਗਾ ਉਹ ਇਹ ਦੁਨੀਆ ਦੇ ਵਿੱਚ ਆਇਆ ਹੈ, ਤੇ ਇੱਥੇ ਤਾਂ ਫਿਰ ਉਹ ਐਸੀ ਜਗ੍ਹਾ 'ਤੇ ਆ ਗਿਆ ਜਿੱਥੇ ਕੋਈ ਚੀਜ਼ ਹੈ ਹੀ ਨਹੀਂ ਉਹਦੇ ਕੰਮ ਦੀ। ਕੋਈ ਵੀ ਚੀਜ਼ ਜਿਹੜੀ ਹੈ ਦੁਨੀਆ ਐਸੇ ਘਰ ਦੇ ਵਿੱਚ ਆ ਗਿਆ ਜਿਵੇਂ ਕੋਈ ਰਹਿੰਦਾ ਹੀ ਨਾ ਹੋਏ ਉੱਥੇ ਘਰ ਦੇ ਵਿੱਚ। ਉੱਥੇ ਖਾਣ ਵਾਲੀ ਕੋਈ ਚੀਜ਼ ਹੈ ਹੋਏ ਹੀ ਨਾ, ਉਹਦੀ ਆਤਮਾ ਦੇ ਵਾਸਤੇ ਕੋਈ ਖੁਰਾਕ ਹੀ ਨਾ ਹੋਏ। ਸ਼ਲੋਕ ਮਹੱਲਾ ਪੰਜਵਾਂ। ਕੋਟ ਬਿਗਨ ਤਿਸ ਲਾਗਤੇ ਜਿਸਨੂੰ ਵਿਸਰੈ ਨਾਉ। ਕਹਿੰਦੇ ਕਰੋੜਾਂ ਹੀ ਬਿਗਨ ਲੱਗ ਜਾਣਗੇ, ਕਰੋੜਾਂ ਹੀ। ਬਿਗਨ ਕੀ ਹੈਗੇ? ਇਹ ਸਵਾਦ, ਇਹ ਚੋਗਾ, ਬਸ ਇਹ ਮੋਹ ਦੀਆਂ ਤਾਰਾਂ, ਇਹ ਸੰਸਕਾਰ, ਇਹ ਅਮਲ, ਕਰੋੜਾਂ ਹੀ ਅਮਲ ਲੱਗ ਜਾਣੇ ਆ। ਕਿਹਨੂੰ? ਜਿਸਨੂੰ ਵਿਸਰੈ ਨਾਉ, ਜਿਹਨੂੰ ਆਪਣੀ ਆਤਮਾ ਦੇ ਬਾਰੇ ਵਿਸਰ ਗਈ। ਆਤਮਾ, ਮਾਲਕ ਵਿਸਰ ਗਿਆ, ਧਿਆਨ ਸਿਮਰਨ ਵਿਸਰ ਗਿਆ, ਸੱਚ ਵਿਸਰ ਗਿਆ। ਕਰੋੜਾਂ ਹੀ ਬਿਗਨ ਲੱਗ ਜਾਣਗੇ ਔਰ ਉਹ ਜਿਹੜਾ ਹੈਗਾ ਔਖਾ ਹੋ ਜਾਏਗਾ। ਉਹਨੇ ਨਾਨਕ ਅਨਦਿਨ ਬਿਲਪਤੇ ਜਿਉਂ ਸੂੰਝੇ ਘਰੇ ਕਾਉ। ਇਸ ਤਰੀਕੇ ਦੇ ਨਾਲ ਫਿਰ ਉਹ ਬਿਲਪਦਾ ਹੈਗਾ ਜਿਵੇਂ ਜਿਹੜਾ ਸੁੰਝਾ ਘਰ ਹੋਏ ਤੇ ਉੱਥੇ ਕਾਂ ਹੈਗਾ ਵਿਚਾਰਾ, ਉਹਨੂੰ ਕੀ ਲੱਭਣਾ ਹੈ ਕਾਂ ਨੂੰ ਖਾਣ ਵਾਸਤੇ। ਇਸ ਤਰ੍ਹਾਂ ਜਿਹੜਾ ਹੈਗਾ ਉਹ ਕਾਉ ਕਾਉ ਕਰਦੇ, ਜਿਵੇਂ ਕਾਂ ਜਿਹੜਾ ਹੈਗਾ ਲੌਂ ਲੌਂ ਕਰਦਾ ਹੈ, ਉਸ ਤਰ੍ਹਾਂ ਜਿਹੜੇ ਹੈਗੇ ਉਹ ਵੀ ਆਪਾਂ ਦੁਨੀਆ ਦੇ ਵਿੱਚ ਜਿਹੜੇ ਆ ਇਸੇ ਤਰੀਕੇ ਦੇ ਨਾਲ ਜਿਹੜੇ ਆ ਲੌਂ ਲੌਂ ਕਰ ਰਹੇ ਆ। ਕੋਈ ਮਕਸਦ ਨਹੀਂ ਹੈ ਜੀਵਨ ਦਾ, ਕੋਈ ਮਕਸਦ ਨਹੀਂ ਹੈ, ਕੋਈ ਧਨ ਨਹੀਂ ਹੈਗਾ, ਕੋਈ ਲਾਭ ਨਹੀਂ ਹੈਗਾ ਆਪਾਂ ਨੂੰ ਇਹ ਦੁਨੀਆ ਦੇ ਵਿੱਚ। ਪਰਪਸ ਕੀ ਹੈਗਾ ਆਪਣੇ ਦੁਨੀਆ 'ਚ ਆਉਣ ਦਾ? ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਸਾਧ ਸੰਗਤ ਜੀ। ਦੇਖੋ ਇੱਥੇ ਉਹ ਕੀ ਸਮਝਾ ਰਹੇ ਨੇ, ਕੋਟ ਬਿਗਨ, ਹਾਂ ਕਰੋੜਾਂ ਹੀ ਬਿਗਨ ਲੱਗੇ ਲਾਗਤ, ਤਿਸ ਲਾਗਤੇ ਜਿਸਨੂੰ ਵਿਸਰੇ ਨਾਉ। ਜਿਹਨੂੰ ਰੱਬ ਦਾ ਨਾਮ ਭੁੱਲ ਜਾਂਦਾ ਹੈ ਕਹਿੰਦੇ ਉਹਨੂੰ ਕਰੋੜਾਂ ਹੀ ਬਿਗਨ। ਹਾਂ, ਵਿਗਨ ਤੋਂ ਭਾਵ ਆ ਕਿ ਉਲਝਣਾ। ਠੀਕ ਹੈ ਜੀ। ਉਲਝਣ ਜਿਹੜੀ ਬੜੀ ਮਾੜੀ ਚੀਜ਼ ਹੁੰਦੀ ਹੈ। ਜਿਹੜੇ ਬੰਦੇ ਦੇ ਜੀਵਨ ਦੇ ਵਿੱਚ ਉਲਝਣ ਹੈ ਨਾ, ਉਹ ਬੰਦਾ ਮੰਜ਼ਿਲ ਤੇ ਪਹੁੰਚ ਨਹੀਂ ਸਕਦਾ। ਮੰਜ਼ਿਲ ਦਾ ਪਤਾ ਹੀ ਨਹੀਂ ਹੈ ਗੁਰਕੀ ਸਾਹਿਬ। ਹਾਂ, ਬਿਗਨ ਕਨਫਿਊਜ਼ ਪਰਸਨ ਕਹਿ ਲੋ, ਕਲਾਉਡੀ ਮਾਈਂਡ ਕਹਿ ਲੋ, ਹੈ ਟਾਰਗੇਟ ਨਹੀਂ ਪਤਾ। ਹਾਂ, ਫਿਰ ਜਿਹੜੇ ਬੰਦੇ ਨੂੰ ਟਾਰਗੇਟ ਦਾ ਨਹੀਂ ਪਤਾ ਉਹਨੇ ਯਾਤਰਾ ਕਿੱਥੋਂ ਕਰਨੀ? ਉਹ ਤਾਂ ਫਿਰ ਬੜੀ ਪ੍ਰੋਬਲਮ ਹੋ ਜਾਏਗੀ। ਹੁਣ ਕੰਮ ਕੋਈ ਆਪਾਂ ਕਰਨਾ ਹੋਵੇ ਤੇ ਸਭ ਤੋਂ ਪਹਿਲਾਂ ਆਪਾਂ ਨੂੰ ਲਿਖਦੇ ਆ ਕਿ ਆਪਾਂ ਕਰਨਾ ਕੀ ਹੈ। ਹੁਣ ਕਈ ਬੰਦੇ ਹੁੰਦੇ ਜ਼ਿੰਦਗੀ ਸਾਰੀ ਬਤੀਤ ਕਰ ਲੈਂਦੇ ਆ, ਪਤਾ ਉਹਨਾਂ ਨੂੰ ਹੈ ਹੀ ਨਹੀਂ ਉਹਨਾਂ ਕਰਨਾ ਕੀ ਹੈ, ਤੇ ਤੁਰੇ ਜਾਂਦੇ। ਪਹਿਲਾਂ ਟਾਰਗੇਟ ਸੈੱਟ ਕਰੋ, ਕਰਨਾ ਕੀ ਹੈ, ਜਾਣਾ ਕਿੱਥੇ ਆ। ਫਿਰ ਵੇਖੋ ਕਿ ਉਸ ਮੰਜ਼ਿਲ ਦੇ ਵੱਲ ਆਪਾਂ ਕੀ ਕਰ ਰਹੇ ਆ, ਜਿਹਦੇ ਨਾਲ ਮੰਜ਼ਿਲ ਲਾਗੇ ਆ ਰਹੀ ਆ, ਜਾਂ ਕੀ ਆਪਾਂ ਏਦਾਂ ਦਾ ਕੁਝ ਤੇ ਨਹੀਂ ਕਰ ਰਹੇ ਜਿਹਦੇ ਕਰਕੇ ਮੰਜ਼ਿਲ ਦੂਰ ਜਾ ਰਹੀ ਹੈ। ਇਹ ਤੇ ਆਇਡੈਂਟੀਫਾਈ ਕਰਨਾ ਪਊ ਨਾ। ਹੁਣ ਤੁਸੀਂ ਘਰ ਬਣਾਉਣਾ ਹੈ, ਸੋਚੀ ਜਾਓ ਘਰ ਬਣਾਉਣਾ ਹੈ, ਗੱਲਾਂ ਨਾਲ ਘਰ ਥੋੜੀ ਬਣਨਾ ਹੈ। ਉਹਦੇ ਲਈ ਪੈਸੇ ਲੱਗਣੇ ਆ, ਤੇ ਜ਼ਮੀਨ ਚਾਹੀਦੀ ਹੈ, ਨਿੱਜਾ ਸਾ, ਫਿਰ ਸਮਾਨ ਚਾਹੀਦਾ, ਰੇਤਾ ਬਜਰੀ ਇੱਟਾਂ ਵਗੈਰਾ, ਹਨਾ।
ਉਹਦੇ ਲਈ ਪੈਸੇ ਚਾਹੀਦੇ ਆ। ਫਿਰ ਰਾਈਟ ਪੀਪਲ ਹਾਇਰ ਕਰਨੀ ਪੈਣੀ ਹੈ ਜਿਨ੍ਹਾਂ ਨੇ ਉਹ ਕੰਮ ਕਰਨਾ ਹੈ। ਕੋਈ ਐਵੇਂ ਅਨਾੜੀ ਬੰਦਾ ਲੈ ਆਓ, ਉਹ ਤੇ ਤੁਹਾਡਾ ਉਲਟਾ ਨੁਕਸਾਨ ਕਰ ਦੇਗਾ, ਵਿੰਗੀਆਂ ਕੰਧਾਂ ਬਣਾ ਦੇਗਾ, ਫਿਰ ਉਹ ਸਹੀ ਨਹੀਂ ਹੋਣੀਆਂ। ਤੇ ਇਹ ਸਭ ਗੱਲਾਂ ਜਿਹੜੀਆਂ ਹੁੰਦੀਆਂ ਨੇ, ਇਸੇ ਤਰ੍ਹਾਂ ਹੀ ਸਾਨੂੰ ਪਹਿਲਾਂ ਸੋਚ ਵਿਚਾਰ ਕਰਨੀ ਚਾਹੀਦੀ ਹੈ। ਇੱਥੇ ਨਾਮ ਦੇ ਨਾਲ ਇੱਕ ਚੀਜ਼ ਜੁੜਦੀ ਹੈ, ਮੈਂ ਆਪ ਜੀ ਨੂੰ ਥੋੜਾ ਜਿਹਾ ਖੁੱਲ ਕੇ ਸਮਝਾਵਾਂ। ਨਾਮ ਤੋਂ ਬਾਅਦ ਤੁਹਾਨੂੰ ਮਿਲਦੀ ਹੈ ਵਿਵੇਕ ਬੁੱਧੀ। ਠੀਕ ਹੈ ਜੀ, ਪਲੀਜ਼ ਅੰਡਰਸਟੈਂਡ ਕਰੋ। ਵਿਵੇਕ ਬੁੱਧੀ ਬੜੀ ਇੰਪੋਰਟੈਂਟ ਹੈ। ਦੀਜੇ ਬੁੱਧ ਵਿਵੇਕਾਂ ਬਾਣੀ ਚ ਵੀ ਕਿਹਾ, ਕਾਗੋ ਹੰਸ ਕਰੇ ਮੇਰਾ ਗੋਬਿੰਦ। ਇਹ ਤੁਕ ਤੁਸੀਂ ਸੁਣੀ ਆ। ਇਹਦਾ ਮਤਲਬ ਇੰਨਾ ਹੈ ਕਿ ਹੰਸ ਦੇ ਕੋਲ ਬੁੱਧੀ ਹੈ, ਕਾਂ ਦੇ ਕੋਲ ਬੁੱਧੀ ਨਹੀਂ ਹੈਗੀ। ਉਹ ਬੁੱਧੀ ਨਹੀਂ ਹੈਗੀ ਨਿਜਰ ਸਾਹਿਬ ਜਿਹਦੇ ਨਾਲ ਚੰਗਿਆਈ ਤੇ ਬੁਰਾਈ ਨੂੰ ਅਲੱਗ ਕੀਤਾ ਜਾ ਸਕਦਾ ਹੈ। ਤੇ ਕਾਂ ਕੋ ਵੀ ਬੁੱਧੀ ਹੈ, ਪਰ ਉਹ ਇੰਨੀ ਪਾਵਰਫੁਲ ਬੁੱਧੀ ਨਹੀਂ ਹੈ। ਹੰਸ ਬਣਨਾ ਹੈ। ਕਿਉਂ ਹੰਸ ਬਣਨਾ ਹੈ? ਕਿਉਂਕਿ ਉਹਨੂੰ ਪਤਾ ਹੈ ਸਾਰ ਕੀ ਹੈ। ਉਹ ਦੁੱਧ, ਉਹ ਮੂੰਹ ਚ ਆਪਣੀ ਚੋਚ ਚ ਦੁੱਧ ਖੱਚਦਾ, ਔਰ ਦੁੱਧ ਉਹਦੇ ਮੂੰਹ ਚ ਕੁਝ ਏਦਾਂ ਦੀ ਚੀਜ਼ ਲੱਗੀ ਹੈ, ਉਹ ਦੁੱਧ ਦੀਆਂ ਫੁੱਟੀਆਂ ਬਣਾ ਦਿੰਦੀਆਂ, ਤੇ ਫੁੱਟੀਆਂ ਅੰਦਰ ਤੇ ਪਾਣੀ ਬਾਹਰ। ਬਿਲਕੁਲ। ਕਹਿਣ ਤੋਂ ਭਾਵ ਸਾਰ ਚੋਂ ਸਾਰ ਕੱਢ ਲੈਣਾ, ਉਹਨੂੰ ਕਹਿੰਦੇ ਆ ਬੁੱਧੀ। ਬਿਲਕੁਲ, ਵਿਵੇਕ ਬੁੱਧੀ। ਹੁਣ ਤੁਸੀਂ ਕਹੋਗੇ ਸਾਰ ਚੋਂ ਸਾਰ ਕੱਢ ਕੇ ਕੀ ਹੋਊਗਾ? ਉਸ ਤੋਂ ਬਾਅਦ ਤੇ ਕੰਮ ਹੋਣਾ ਹੈ। ਸਾਹਮਣੇ ਹੁਣ ਜਾਨਵਰ ਆ, ਜਾਨਵਰ ਇੱਕ ਜਿਹੜਾ ਹੈਗਾ ਹੈ ਉਹ ਭੋਗੀ ਜੁਨੀ ਹੈ, ਭੋਗ ਕਰਦਾ ਹੈ, ਭੋਗ ਦੇ ਵਿੱਚ ਜੀਵਨ ਬਤੀਤ ਕਰਦਾ ਹੈ। ਉਹਨੂੰ ਭੋਗਣਾ ਹੀ ਮਤਲਬ ਹੈ। ਉਹ ਨਹੀਂ ਸੋਚਦਾ ਇਹ ਆਪਣਾ ਬੇਗਾਨਾ ਪਰਾਇਆ, ਸਮਾਜ ਚ ਕੀ ਹੋਵੇਗਾ, ਮੇਰੀ ਰੈਪੂਟੇਸ਼ਨ ਖਰਾਬ ਹੋ ਜਾਊਗੀ, ਲੋਕ ਮੈਨੂੰ ਗਾਲਾਂ ਕੱਢਣਗੇ। ਹੀ ਡੋਂਟ ਕੇਅਰ, ਉਹਨੂੰ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਕੀ ਹੈ, ਉਹ ਜਾਨਵਰ ਹੈ। ਪਰ ਕਈ ਬੰਦੇ ਵੀ ਏਦਾਂ ਦੇ ਹੁੰਦੇ ਜੀ, ਉਹ ਵੀ ਜਾਨਵਰ ਨੇ। ਨਸ਼ਾ ਕਰਨ ਵਾਲੇ ਵੇਖੋ ਲੋਕ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਇੱਜ਼ਤ ਮਾਨ ਮਰਿਆਦਾ। ਹੁਣ ਕਈਆਂ ਘਰਾਂ ਦੇ ਵਿੱਚ ਵੇਖੋ ਉਹਨਾਂ ਦੀਆਂ ਕੁੜੀਆਂ ਓਦਾਂ ਹੀ ਕੁਆਰੀਆਂ ਰਹਿ ਜਾਂਦੀਆਂ ਕਿਉਂਕਿ ਭਰਾ ਜਾਂ ਪਿਓ ਨਸ਼ਾ ਕਰਦਾ। ਐਸੇ ਬੰਦੇ ਨਾਲ ਲੋਕੀ ਰਿਲੇਸ਼ਨ ਨਹੀਂ ਬਣਾਉਂਦੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇਹ ਅਮਲੀ ਬੰਦਾ ਹੈ, ਇਹਦੇ ਕਰਕੇ ਸਾਡੀ ਰੈਪੂਟੇਸ਼ਨ ਖਰਾਬ ਹੋਊਗੀ। ਕਿਉਂਕਿ ਬਦਨਾਮ ਬੁਰਾ, ਬਦਨਾਮ ਹੋ ਗਏ ਲੋਕ ਨੇ। ਉਹ ਬਦਨਾਮ ਲੋਕ ਨੇ ਜਿਹੜੇ ਕਰੈਕਟਰਲੈਸ ਲੋਕ ਹੁੰਦੇ ਨੇ, ਉਹਦੇ ਨਾਲ ਕੋਈ ਰਿਸ਼ਤਾ ਨਹੀਂ ਲੋਕ ਬਣਾਉਂਦੇ ਕਿਉਂਕਿ ਉਹਦਾ ਕਰੈਕਟਰ ਹੀ ਨਹੀਂ ਹੈਗਾ। ਕਰੈਕਟਰ ਦਾ ਮਤਲਬ ਕੀ ਹੈ? ਉਹ ਹੰਸ ਵਾਲੀ ਬਿਰਤੀ ਨਹੀਂ ਹੈਗੀ ਉਹਦੇ ਕੋਲ। ਉਹ ਕਾਂ ਕੇਵਲ ਗੱਲਾਂ, ਪ੍ਰੈਕਟੀਕਲ ਚ ਫੇਲ ਹੋ ਜਾਂਦਾ ਹੈ ਬੰਦਾ, ਉਹ ਜੀਵਨ ਚ ਫੇਲ ਹੈ। ਉਹਨੂੰ ਨਹੀਂ ਪਤਾ ਕੀ ਸਹੀ ਕੀ ਗਲਤ, ਔਰ ਕੋਈ ਬੁੱਧੀ ਨਹੀਂ ਹੈਗੀ ਜਿਹੜੀ ਜਸਟੀਫਾਈ ਕਰ ਸਕੇ। ਹੰਸ ਕੋ ਹੈਗੀ ਆ। ਇੱਥੇ ਨਾਮ ਦੀ ਗੱਲ ਚੱਲੀ ਹੈ। ਨਾਮ ਜਦੋਂ ਦੇਖੇ ਫਿਰ ਪਲੀਜ਼ ਆਪ ਪੜੋ। ਕੋਟ ਬਿਗਨ ਇਸ ਲਾਗਤੇ ਜਿਸਨੂੰ ਵਿਸਰੇ ਨਾਮ। ਨਾ ਤੋਂ ਬਿਨਾਂ ਤੁਹਾਡੇ ਜੀਵਨ ਚ ਨਾ ਬਦਲਾਵ ਨਹੀਂ ਆਉਣਾ, ਨਾ ਤੋਂ ਬਿਨਾਂ ਤੁਹਾਡਾ ਚਿੱਤ ਸ਼ਾਂਤ ਨਹੀਂ ਹੋਣਾ। ਤੇ ਜਿੰਨਾ ਚਿਰ ਤੱਕ ਤੁਹਾਡਾ ਚਿੱਤ ਸ਼ਾਂਤ ਨਹੀਂ ਨਾ ਹੋਇਆ ਤੇ ਸਮਝ ਲਓ ਕਿ ਤੁਹਾਨੂੰ ਵਿਵੇਕ ਬੁੱਧੀ ਵੀ ਨਹੀਂ ਜੰਮੇਗੀ। ਨਿਜਾ ਸਾਹਿਬ, ਸ਼ਾਂਤ ਚਿੱਤ ਦੀ ਸ਼ੈਡੋ ਹੈ ਵਿਵੇਕ ਬੁੱਧੀ। ਬੁੱਧੀ ਕੋਈ ਵੱਖਰੀ ਸਬਜੈਕਟ ਨਹੀਂ ਆ। ਜਦੋਂ ਸਾਧਕ ਦਾ ਚਿੱਤ ਸ਼ਾਂਤ ਹੋ ਗਿਆ, ਉਹਦੇ ਜੀਵਨ ਚ ਵਿਵੇਕ ਆ ਜਾਏਗਾ। ਕਿਉਂ ਆ ਜਾਏਗਾ? ਕਿਉਂਕਿ ਗੱਡੀ ਇੰਨੀ ਹੌਲੀ ਹੋ ਗਈ ਆ। ਸਾਰਾ ਕੁਝ ਸੜਕ ਹੀ ਖਾਲੀ ਹੋ ਗਈ ਹੈ। ਨਿਜਾ ਸਾਹਿਬ, ਕਲੈਰਿਟੀ, ਸਾਰਾ ਕੁਝ ਦਿਸਣ ਲੱਗ ਗਿਆ। ਹਾਂ, ਹੁਣ ਜਿਹੜੇ ਪੰਜ ਭੂਤ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਜੇ ਤੇ ਕੋਈ ਤੁਹਾਨੂੰ ਇਹ ਕਹਿੰਦਾ ਹੈ ਨਾ ਕਿ ਵੈਸੇ ਬਾਣੀ ਚ ਵੀ ਇਹ ਨਹੀਂ ਲਿਖਿਆ ਜੋ ਕਿ ਤੁਸੀਂ ਇਹਨਾਂ ਭੂਤਾਂ ਦਾ ਤਿਆਗ ਕਰ ਦਿਓ, ਇਹਨਾਂ ਔਗਣਾਂ ਦਾ ਤਿਆਗ ਕਰ ਦਿਓ, ਕਿਉਂਕਿ ਬਾਣੀ ਨੂੰ ਪਤਾ ਹੈ ਕਿ ਜਿਹੜੀ ਅਗਨੀ ਉਹ ਕ੍ਰੋਧ ਪੈਦਾ ਕਰਦੀ ਹੈ, ਜਲ ਲੋਭ ਪੈਦਾ ਕਰਦਾ ਹੈ, ਹਵਾ ਜਿਹੜੀ ਹੈ ਕਾਮ ਪੈਦਾ ਕਰਦੀ ਹੈ, ਧਰਤੀ ਹੈ ਜਿਹੜੀ ਹੰਕਾਰ ਪੈਦਾ ਕਰਦੀ ਹੈ, ਤੇ ਆਕਾਸ਼ ਮੋਹ ਪੈਦਾ ਕਰਦਾ। ਇਹ ਮਾਮੂਲੀਆਂ ਸ਼ਕਤੀਆਂ ਨਹੀਂ ਆ, ਇਹਨਾਂ ਦੇ ਨਾਲ ਤੇ ਹੀ ਬਣੇ ਆ। ਇਹਨਾਂ ਦਾ ਤਿਆਗ ਕਿੱਥੋਂ ਕਰ ਦੋਗੇ? ਕੋਈ ਚੀਜ਼ ਜਿਹੜੀ ਚੀਜ਼ ਦੀ ਬਣੀ ਆ ਉਹਦੇ ਚ ਕਿੰਨੀ ਪਾਵਰ ਹੋਊਗੀ? ਇਸੇ ਕਰਕੇ ਸਾਡੇ ਅੰਦਰ ਤੁਸੀਂ ਵੇਖਿਆ ਨਹੀਂ, ਅੱਖਾਂ ਦੇ ਸਾਹਮਣੇ ਕੋਈ ਵਿਸ਼ਾ ਭੋਗ ਚੱਲਦਾ ਤੇ ਕਿੱਦਾਂ ਇੰਦਰੀ ਉੱਡ ਕੇ ਜਾਂਦੀ ਉੱਥੇ। ਤੁਸੀਂ ਅੱਖਾਂ ਬੰਦ ਕਰ ਲਓ, ਉਹਦੀ ਤਸਵੀਰ ਤੁਹਾਡੇ ਅੰਦਰ ਚਿੱਤ 'ਚ ਬਣ ਜਾਂਦੀ। ਕੀ ਕਰ ਲੋਗੇ? ਇਸੇ ਤਰ੍ਹਾਂ ਕਈਆਂ ਨੇ ਬਾਬਿਆਂ ਨੇ ਆਪਣੀਆਂ ਅੱਖਾਂ ਫੋੜ ਲਈਆਂ, ਆਪਣੀਆਂ ਉਹਨਾਂ ਨੇ ਕਾਮ ਇੰਦਰੀ ਵੱਢ ਕੇ ਵੇਖ ਲਈ, ਪਰ ਇਹਦੇ ਨਾਲ ਕੁਛ ਨਹੀਂ ਹੋਣਾ।
ਇਹ ਇੱਕ ਵਿਸ਼ਾ ਹੈਗਾ, ਇਹ ਤੁਹਾਡੇ ਚਿੱਤ ਦੇ ਵਿੱਚ ਜਦੋਂ ਸ਼ੁਰਤੀ ਸਥਿਰ ਹੋ ਜਾਂਦੀ ਹੈ ਨਿਰਵਿਚਾਰ ਅਵਸਥਾ ਦੇ ਵਿੱਚ, ਉਸ ਤੋਂ ਬਾਅਦ ਇਹ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ ਆਟੋਮੈਟਿਕਲੀ ਹੀ ਤੁਹਾਡੇ ਜੀਵਨ ਤੋਂ ਹੌਲੀ 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 ਕਰਕੇ ਅਲੱਗ ਹੋ ਜਾਂਦੇ। ਦੇਖੋ ਮੱਖਣ ਇੱਕ ਸੈਕਿੰਡ 'ਚ ਨਹੀਂ ਆਉਂਦਾ, ਉਹਦੀ ਲਈ ਵਿਧੀ ਹੈ, ਉਹਨੂੰ ਟੈਂਪਰੇਚਰ ਕਰੋ ਬਰਾਬਰ ਦੁੱਧ ਦਾ ਜੋ ਵੀ ਹੈ ਦਹੀਂ ਦਾ, ਫਿਰ ਉਹਨੂੰ ਹੌਲੀ ਹੌਲੀ ਰਿੜਕੀ ਜਾਓ ਹੌਲੀ ਹੌਲੀ ਕਰਕੇ ਮੱਖਣ ਕੀ ਕਰਦਾ ਹੈ, ਉਹ ਦਹੀਂ ਦਾ ਸਾਥ ਛੱਡਦਾ ਜਾਂਦਾ ਹੈ ਤੇ ਥੱਲੇ ਲੱਸੀ ਅਲੱਗ ਹੋ ਜਾਂਦੀ ਹੈ, ਮੱਖਣ ਉੱਪਰ ਆ ਜਾਂਦਾ। ਔਗਣ ਵੀ ਨਿੱਜਰ ਸਾਹਿਬ ਏਦਾਂ ਹੀ ਹੌਲੀ ਹੌਲੀ ਭਗਤੀ ਦੇ ਨਾਲ ਆਪਣੇ ਜੀਵਨ ਤੋਂ ਅਲੱਗ ਹੋ ਜਾਣਗੇ। ਇੱਕਦਮ ਛੂ ਮੰਤਰ ਨਹੀਂ ਜੀ ਹੈਗਾ। ਹਾਂਜੀ, ਆਪ ਕੁਝ ਕਹਿਣਾ ਚਾਹੁੰਦੇ? ਬਿਲਕੁਲ ਛੂ ਮੰਤਰ ਹੈ ਨਹੀਂ ਗੇ, ਇਹ ਜਿਹੜੀ ਹੈਗੀ ਸਹਿਜ ਦੇ ਨਾਲ ਇਹ ਜਰਨੀ ਹੋਣੀ ਆ। ਔਰ ਜਿਹੜਾ ਇਨਸਾਨ ਜਿਹੜਾ ਹੈਗਾ ਰੋਜ਼ ਜਿਹੜਾ ਹੈਗਾ ਭਗਤੀ ਕਰਦਾ ਹੈ ਤੇ ਉਹ ਜਿਹੜਾ ਮੰਜ਼ਿਲ ਤੇ ਜ਼ਰੂਰ ਪਹੁੰਚ ਜਾਏਗਾ। ਹਾਂਜੀ ਵੀਰ ਜੀ। ਹਾਂ ਬਿਲਕੁਲ ਕਨਸਟੈਂਟ। ਦੇਖੋ ਜ਼ਿੰਦਗੀ 'ਚ ਉਹ ਬੰਦਾ ਮੰਜ਼ਿਲ ਤੇ ਪਹੁੰਚਦਾ ਹੈ ਜਿਹੜਾ ਲਗਾਤਾਰ ਚੱਲਦਾ। ਅਸੀਂ ਨਾ ਹੁਣੇ ਆਉਂਦੇ ਸਾਂ, ਰਾਹ 'ਚ ਹਾਥੀ ਵੇਖਿਆ, ਮਸਤੀ ਨਾਲ ਚੱਲਣ ਦੇ ਅਸੀਂ ਗੱਡੀ ਦੇ ਵਿੱਚ ਸਾਂ। ਅਸੀਂ 10-15 ਮਿੰਟ ਰਾਹ 'ਚ ਰੁਕੇ ਆ ਤੇ ਫਿਰ ਅਸੀਂ ਵਾਪਸ ਆ ਰਹੇ ਹਾਂ ਤੇ ਰਸਤੇ ਦੇ ਵਿੱਚ ਕਾਫੀ ਸਫ਼ਰ ਕਰ ਲਿਆ ਹਾਥੀ ਨੇ। ਸਾਨੂੰ ਰਾਹ 'ਚ ਮਿਲਿਆ ਨਿੱਜਰ ਸਾਹਿਬ ਫੇਰ ਉਹ ਇਹਦਾ ਮਤਲਬ ਕਿ ਲਗਾਤਾਰ ਚੱਲਣ ਵਾਲਾ ਤੇ ਸਾਡੀ ਕਾਰ ਦੇ ਤੇ ਬਰਾਬਰ ਹੀ ਆ ਗਿਆ ਉਹ। ਮਤਲਬ ਕੋਈ ਵੀ ਚੀਜ਼ ਲਗਾਤਾਰ ਤੁਰ ਰਿਹਾ ਹੈ ਤੇ ਉਹਨੇ ਮੰਜ਼ਿਲ ਤੇ ਪਹੁੰਚ ਹੀ ਜਾਣਾ ਵਾ। ਬਿਲਕੁਲ, ਕਿਉਂਕਿ ਇਹ ਖਰਗੋਸ਼ ਵਾਲਾ ਕੰਮ ਤੇ ਬਿਲਕੁਲ ਨਹੀਂ ਹੈਗਾ, ਇਹ ਸਹਿਜ ਮਾਰਗ ਹੈ। ਠੀਕ ਹੈ ਜੀ। ਹਾਂਜੀ, ਅਗਲੇ ਬੰਨੇ ਕਹਿੰਦੇ ਕਿ ਅੰਦਿਨ ਬਿਪਤਿਆ ਬਿਲਪਤੇ ਜਿਉਂ ਸੁੰਝੇ ਕਰ ਕਾਉ। ਉਹ ਜਿਹੜੇ ਹੈਗੇ ਜਿਹੜੇ ਨਾਮ ਨੂੰ ਵਿਸਾਰਤਾ ਉਹਨਾਂ ਨੇ ਤੇ ਇਸ ਤਰ੍ਹਾਂ ਬਿਲਖਦੇ ਆ, ਇਸ ਤਰ੍ਹਾਂ ਦੁਖੀ ਹੁੰਦੇ ਆ ਜਿਵੇਂ ਸੁੰਝੇ ਘਰ ਦੇ ਵਿੱਚ ਕਾਂ ਜਿਹੜਾ ਹੈਗਾ ਭੁੱਖਾ ਹੀ ਰਹਿੰਦਾ, ਉਹਨੂੰ ਕੁਝ ਖਾਣ ਨੂੰ ਲੱਭਦਾ ਨਹੀਂ ਹੈ। ਹਾਂਜੀ, ਜਿਹੜੇ ਫਿਰ ਦੇਖੋ ਆ ਤੁਹਾਡੀ ਰੱਬ ਦਾ ਨਾਮ ਹੈ। ਮਾਈਕ ਫਿਰ ਕਰਨ ਟਕ ਕਰਨ ਲੱਗ ਪਿਆ। ਕਰਦਾ ਹੁਣ ਰੁਕਿਆ ਕਿ ਨਹੀਂ? ਦੇਖੋ ਹੁਣ ਤੱਕ ਤਾਂ ਕਰ ਰਿਹਾ ਸੀਗਾ, ਹੁਣ ਦੇਖੋ ਚਲੋ। ਹਾਂ ਦੇਖੋ ਜਿਹੜੇ ਨਾਮ ਨੂੰ ਛੱਡ ਦਿੰਦੇ ਆ। ਮੈਂ ਨੈਟਵਰਕ ਚੇਂਜ ਕਰਦਾ। ਉਹ ਨਿੱਜਰ ਸਾਹਿਬ ਉਹ ਹੋ ਗਿਆ, ਉਹ ਬਲੂਟੂਥ ਨਾਲ ਕਨੈਕਟ ਹੋ ਗਿਆ ਸੀ ਇਸ ਕਰਕੇ। ਹੁਣ ਠੀਕ ਹੈ? ਹਾਂਜੀ ਬਿਲਕੁਲ ਸਹੀ ਹੈ। ਤੇ ਜਿਹੜੇ ਨਾਮ ਨੂੰ ਛੱਡ ਦਿੰਦੇ ਨੇ ਫਿਰ ਕਹਿੰਦੇ ਕਿ ਜਿੱਦਾਂ ਖਾਲੀ ਘਰ ਦੇ ਵਿੱਚ ਕਾਂ ਕਰਦਾ ਹੈ ਨਾ, ਮਤਲਬ ਕਿ ਜੀਵਨ 'ਚ ਕੋਈ ਪ੍ਰਾਪਤੀ ਨਹੀਂ ਹੋਵੇਗੀ। ਤੁਸੀਂ ਸਾਰੀ ਜ਼ਿੰਦਗੀ ਭਟਕ ਕੇ ਥੱਕ ਜਾਣਾ, ਆਊਟਪੁੱਟ ਜ਼ੀਰੋ ਨਹੀਂ ਮਿਲੇਗੀ। ਕਿਉਂ? ਕਿਉਂਕਿ ਤੁਸੀਂ ਆਤਮਾ ਨੂੰ ਤੇ ਛੱਡ ਦਿੱਤਾ। ਬਾਣੀ ਕਹਿੰਦੀ ਆ ਬਿਨ ਨਾਮੇ ਜਗ ਬੌਰਾਨਾ, ਏਦਾਂ ਦੀ ਤੋਕ ਆਉਂਦੀ ਨਿੱਜਰ ਸਾਹਿਬ। ਬਿਨ ਨਾਮ ਬਿਨਾ ਜਗ ਬੌਰਾਨਾ। ਇੱਕ ਆਉਂਦਾ ਹੈ ਕਿ ਬਿਨ ਨਾਮੇ ਜਗ ਕਮਲਾ ਫਿਰੈ। ਕਮਲਾ ਕਾਂ ਵਾਂਗੂ ਕਹਿੰਦੇ ਘੁੰਮ ਰਿਹਾ। ਕਿਉਂ? ਕਿਉਂਕਿ ਉਹ ਮੇਨ ਚੀਜ਼ ਤੇ ਛੱਡ ਹੀ ਦਿੱਤੀ। ਜਿਹੜੀ ਚੀਜ਼ ਲਈ ਉਹਨੇ ਉੱਥੇ ਗਤੀ ਕਰਨੀ ਸੀ ਉਹ ਛੱਡਤੀ ਹੈ ਤੇ ਬਾਕੀ ਇੱਧਰ ਉੱਧਰ ਭਟਕਦਾ ਰਿਹਾ। ਤੇ ਕਹਿੰਦੇ ਉਹਦੇ 'ਚ ਤਾਂ ਕੋਈ ਪ੍ਰਾਪਤੀ ਨਹੀਂ, ਉਹ 'ਚ ਤੁਹਾਡੇ ਦੇਹ ਦੀ ਕੋਈ ਉਹ ਥੋੜੀ ਬਹੁਤੀ ਸਹੂਲਤ ਹੋ ਜਾਣੀ ਹੈ, ਬਾਕੀ ਉਹ ਜੀਵਨ ਦਾ ਕੋਈ ਮਕਸਦ ਹੈ, ਉੱਥੇ ਕੋਈ ਆਊਟਪੁੱਟ ਨਹੀਂ ਨਿਕਲੇਗਾ। ਠੀਕ ਹੈ ਜੀ। ਹਾਂਜੀ ਨਿੱਜਰ ਸਾਹਿਬ ਅੱਗੇ ਚੱਲੀਏ। ਹਾਂ, ਮਹੱਲਾ ਪੰਜਵਾਂ। ਪਿਰੀ ਮਿਲਾਵਾ ਜਾਂ ਥੀਏ ਸਾਈ ਸੁਹਾਵੀ ਰੁੱਤ। ਕਹਿੰਦੇ ਦੇਖ ਲਾ ਪਿਆਰਿਆ, ਮੇਜਰ ਸਭ ਤੋਂ ਜਿਹੜਾ ਇੰਪੋਰਟੈਂਟ ਕੰਮ ਹੈਗਾ ਆਤਮਾ ਦੇ ਵੱਲ ਨੂੰ ਗਤੀ ਕਰਨਾ। ਜਿਸ ਕੰਮ ਦੇ ਨਾਲ, ਜਿਸ ਆਤਮਾ ਦੇ ਵੱਲ ਨੂੰ ਯਾਤਰਾ ਹੋਏ, ਉਹ ਆਤਮਾ ਦੇ ਨਾਲ ਮਿਲਾਵਾ ਹੋਏ, ਪਿਆਰੇ ਪਰਮਾਤਮਾ ਦੇ ਨਾਲ ਆਪਣਾ ਮੁਲਾਕਾਤ ਹੋਏ, ਮਿਲਾਵਾ ਹੋਏ, ਕਹਿੰਦੇ ਉਹੀ ਸੁਹਾਵੀ ਰੁੱਤ ਹੈ, ਉਹੀ ਸੁਹਾਵੀ ਰੁੱਤ ਆ। ਔਰ ਇਹ ਜਿਹੜਾ ਕੰਮ ਮਨੁੱਖੀ ਜੂਨ 'ਚ ਹੋ ਸਕਦਾ ਹੈ। ਕੜੀ ਮੋਹਤ ਨਹਿ ਵਿਸਰੈ ਨਾਨਕ ਰਵੀਏ ਨਿਤ। ਕਹਿੰਦੇ ਇਸ ਕਰਕੇ ਇਹ ਕੰਮ ਨਿੱਤ ਕਰਨਾ ਚਾਹੀਦਾ ਹੈ, ਨਿੱਤ ਮਾਲਕ ਦੇ ਆਤਮਾ ਦੇ ਨੇੜੇ ਜਾਣਾ ਚਾਹੀਦਾ ਆ। ਕੜੀ ਮੌਤ ਵੀ ਬਿਲਕੁਲ ਉਹਨੂੰ ਮਾਲਕ ਪਰਮਾਤਮਾ ਨੂੰ ਵਿਸਾਰਨਾ ਨਹੀਂ ਚਾਹੀਦਾ। ਹਾਂਜੀ ਵੀਰ।
ਹਾਂਜੀ, ਇੱਥੇ ਉਹ ਕਹਿ ਰਹੇ ਨੇ ਕਿ ਫਿਰ ਮਿਲਾਵਾਂ ਜਾਂ ਥੀਏ ਸਾਈ ਸੁਹਾਵੀ ਰੁੱਤ। ਇਹ ਕਹਿੰਦੇ ਉਹ ਮੌਸਮ ਵਧੀਆ ਹੈ ਜਿੱਥੇ ਪਰਮਾਤਮਾ ਦਾ ਮੇਲ ਹੁੰਦਾ ਹੈ, ਮਿਲਾਪ ਹੋਏ, ਜਿੱਧਰ ਜਿਹੜੀ ਰੁੱਤ ਦੇ ਵਿੱਚ ਮਾਲਕ ਮਿਲੇ ਉਹ ਰੁੱਤ ਵਧੀਆ ਹੈਗੀ। ਰੁੱਤ ਤੋਂ ਭਾਵ ਹੈ ਸਾਧ ਸੰਗਤ ਜੀ ਉਮਰ। ਜਿਹੜੀ ਵੀ ਉਮਰ ਤੁਹਾਡੀ ਹੈ ਨਾ, ਕਹਿੰਦੇ ਕਿ ਜੇਕਰ ਤੁਸੀਂ ਭਗਤੀ ਕਰ ਲਈ ਆ, ਉਹੀ ਉਮਰ ਸਭ ਤੋਂ ਵਧੀਆ ਹੈ। ਚਾਹੇ ਤੁਹਾਡੀ 70 ਸਾਲ ਹੈ, ਚਾਹੇ ਤੁਹਾਡੀ 90 ਤੇ ਚਾਹੇ ਤੁਹਾਡੀ 100। ਹਾਂਜੀ ਨਜ਼ਰ ਸਾਹਿਬ, ਇਹੋ ਹੀ ਆ। ਬਿਲਕੁਲ ਇਹੀ ਹੈ ਗੋਰਖੀ ਸਾਹਿਬ। ਆਪਣੀ ਉਮਰ ਦੇ ਵਿੱਚ ਜਿੰਨੀ ਵੀ ਆਪਾਂ ਸਵਾਸ ਜਿਹੜੇ ਆਤਮਾ ਵੱਲ ਨੂੰ ਲਗਾ ਰਹੇ, ਧਿਆਨ ਸਿਮਰਨ 'ਚ ਲਗਾ ਰਹੇ, ਉਹੀ ਜਿਹੜੇ ਹੈਗੇ ਆਊਟਪੁੱਟ ਹੈਗੀ ਆਪਣੀ। ਹਾਂਜੀ ਵੀਰ ਜੀ। ਬਾਕੀ ਜਿਹੜਾ ਜੀਵਨ ਬਤੀਤ ਕੀਤਾ ਹੈ ਉਹ ਤੇ ਕਹਿੰਦੇ ਬਸ ਉਹ ਤੇ ਜਸਟ ਫਾਰਮੈਲਿਟੀ ਹੈ। ਪਰ ਜੇਕਰ ਜ਼ਿੰਦਗੀ ਦੇ ਵਿੱਚ ਆਪਾਂ ਕੁਝ ਸਵਾਸ ਇਧਰ ਲਾਏ ਤੇ ਉਹ ਕਹਿੰਦੇ ਉਹ ਬਹੁਤ ਵੱਡੀ ਗੱਲ ਹੋ ਗਈ। ਠੀਕ ਹੈ ਜੀ, ਉਹੀ ਧਨ ਬਣ ਗਿਆ। ਬਸ ਉਸੇ ਦੇ ਨਾਲ ਮਿਲਾਵਾ ਹੋਣਾ ਹੈ, ਪਿਰੀ ਮਿਲਾਵਾ, ਉਸੇ ਦੇ ਨਾਲ ਅੰਮ੍ਰਿਤ ਪੈਦਾ ਹੋਣਾ ਹੈ। ਹਾਂਜੀ ਵੀਰ ਜੀ। ਹਾਂਜੀ, ਹੁਣ ਇੱਥੇ ਇੱਕ ਹੋਰ ਮਤਲਬ ਵੀ ਨਿਕਲਦਾ ਕਿ ਜੇਕਰ ਜੀਵਨ ਦੇ ਵਿੱਚ ਭੋਗ ਨੇ ਸਾਨੂੰ ਬੇਵਸ ਕਰਤਾ, ਸਾਨੂੰ ਮਜਬੂਰ ਕਰਤਾ। ਦੇਖਿਆ ਕਿ ਸ਼ਰਾਬੀ ਬੰਦੇ ਨੂੰ ਕਿਤਾ ਨਸ਼ਾ ਮਜਬੂਰ ਕਰ ਦਿੰਦਾ, ਵਿਚਾਰਾ ਵਾਅਦਾ ਕਰਦਾ ਮੈਂ ਨਹੀਂ ਕਰਾਂਗਾ ਨਹੀਂ ਕਰਾਂਗਾ। ਇੱਕ ਭੋਗੀ ਹੈਗਾ, ਦੇਖ ਲਓ, ਉਹਦੀ ਇੰਦਰੀ ਇੰਨੀ ਪਾਵਰਫੁਲ ਹੋ ਚੁੱਕੀ ਹੈ ਨਾ, ਉਹਨੂੰ ਭੋਗ ਤੋਂ ਸਿਵਾ ਕੁਛ ਨਹੀਂ ਦਿਖਾਈ ਦਿੰਦਾ। ਕੱਲ ਮੈਂ ਫੇਸਬੁੱਕ ਤੇ ਨਹੀਂ, WhatsApp ਤੇ ਮੈਂ ਇੱਕ ਬੰਦੇ ਦੀ ਵੀਡੀਓ ਵੇਖੀ ਹੈ। ਚੰਗਾ ਭਲਾ ਬੰਦਾ, ASI ਆ, ਇੱਕ ਤਾਰਾ ਮੋਢੇ ਤੇ ਲੱਗਿਆ, ਥੋੜੇ ਜਿਹੇ ਪੈਸੇ ਕਿਸੇ ਤੋਂ ਲੈ ਲਏ ਉਹਨੇ। ਹੁਣ ਉਹ ਬੰਦੇ ਟੱਕਰ ਗਏ ਉਹਨੂੰ। ਉਹ ਬੰਦੇ ਸਾਰੇ ਤੁਹਾਨੂੰ ਪਤਾ ਹੀ ਆ, ਸ਼ੇਰ ਨੂੰ ਸਵਾ ਸ਼ੇਰ ਟੱਕਰ ਗਿਆ। ਹੁਣ ਉਹਨਾਂ ਨੇ ਉਹਦੀ ਵੀਡੀਓ ਬਣਾਈ। ਉਹ ਕਹਿੰਦੇ ਕੱਢ ਪੈਸੇ, ਬਈ ਤੇਰੇ ਬੁੱਚ 500 ਦੇ ਨੋਟ ਆ, ਇਹ ਦੇਖ ਨੰਬਰ। ਉਹ ਵਿਚਾਰਾ ਖੋਲੇ ਨਾ, ਕਿਉਂਕਿ ਨੋਟ ਤੇ ਹੈਗੇ ਸੀ, ਉਹਨੂੰ ਪਤਾ ਸੀ ਵਿਚਾਰੇ। ਪਰ ਤੁਹਾਨੂੰ ਪਤਾ ਹੈ ਕਾਲ ਸਾਹਮਣੇ ਆ ਕੇ ਖਲੋ ਜੇ ਤੇ ਫਿਰ ਬੰਦੇ ਨੂੰ ਭੱਜਣ ਵਾਸਤੇ ਜਗ੍ਹਾ ਕਿੱਥੇ ਆ। ਉਹਨਾਂ ਕੈਮਰੇ ਚ ਹਿੱਲਣ ਨਾ ਦਿੱਤਾ, ਅਗਲਾ ਫੜ ਕੇ ਉਹਨੂੰ ਫੜ ਲਿਆ। ਹੁਣ ਇਹ ਦੇਖੋ ਜੀਵਨ ਕੀ ਹੈ। ਜੀਵਨ ਦੇ ਵਿੱਚ ਜਦੋਂ ਬੰਦਾ ਕੋਈ ਭੋਗ ਆ ਗਿਆ, ਉਹਦੀ ਚਿੱਤ ਚ ਪਹਿਲਾਂ ਤੇ ਵਿਚਾਰ ਆਇਆ ਹੋਊਗਾ ਰਿਸ਼ਵਤ ਲੈਣੀ ਆ, ਫਿਰ ਹੀ ਤੇ ਉਹ ਫੜਿਆ ਗਿਆ। ਕਿਉਂਕਿ ਜੇ ਉਹ ਸਿਆਣਾ ਹੁੰਦਾ ਤੇ ਉਹ ਕਹਿੰਦਾ ਹੁੰਦਾ ਕਿ ਦਫਾ ਕਰੋ, ਇੰਨੀ ਦੁਨੀਆ SSP ਜਿਹੜੇ DSP ਚੱਕ ਕੇ ਅੰਦਰ ਸੁੱਟੇ ਆ ਤੇ ਮੈਂ ਇਹੋ ਜਿਹਾ ਕੰਮ ਹੀ ਨਾ ਕਰਾਂ। ਹੁਣ ਅੱਜ ਉਸ ਬੰਦੇ ਨੇ ਆਪਣੇ ਲਈ ਤੇ ਆਪਣੇ ਪਰਿਵਾਰ ਲਈ ਐਡੀ ਵੱਡੀ ਮੁਸੀਬਤ ਖੜੀ ਕਰਤੀ ਆ। ਇੱਕ ਤੇ ਨੌਕਰੀ ਗਈ, ਇੱਕ ਪਿੰਡ 'ਚ ਰੈਪੂਟੇਸ਼ਨ ਖਰਾਬ ਹੋ ਗਈ, ਰਿਸ਼ਵਤਖੋਰਾਂ ਦਾ ਨਾਂ ਵੱਜਣਾ ਉਹਨਾਂ ਦਾ। ਤੇ ਜੇ ਉਹ ਸਿਆਣਾ ਹੁੰਦਾ, ਐਸਾ ਕੰਮ ਹੀ ਨਾ ਕਰੋ। ਬਾਣੀ ਕਹਿੰਦੀ ਦਫਾ ਕਰੋ ਯਾਰ, ਤੂੰ ਜੀਵਨ ਤੇਰਾ ਵਧੀਆ ਚੱਲਣ ਦਿਆ, 40-45 ਹਜ਼ਾਰ ਰੁਪਏ ਤੇਰੀ ਤਨਖਾਹ ਵਾ, ਤੂੰ ਕੀ ਕਰਨਾ 1000-1500 ਰੁਪਏ। ਪਰ ਨਹੀਂ, ਉਹਦੀ ਇੰਦਰੀਆਂ ਬਹੁਤ ਪਾਵਰਫੁਲ ਆ। ਉਹਦੇ ਕੋਈ ਵਿਸ਼ੇ ਵਿਕਾਰ ਹੋਣਗੇ ਜਿਨ੍ਹਾਂ ਦੀ ਪੂਰਤੀ ਉਸ ਪੈਸੇ ਨਾਲ ਕਰਦਾ ਹੋਊਗਾ। ਤੇ ਹੁਣ ਵੇਖੋ ਕਿੱਥੇ ਬੰਦਾ, ਕਹਿੰਦੇ ਆ ਘੜੀ ਦਾ ਘੁੱਸਿਆ ਤੇ 100 ਕੋ ਤੇ ਚਲ ਜਾਂਦਾ। ਬਿਲਕੁਲ। ਇੱਕ ਤੁਹਾਡੀ ਜ਼ਿੰਦਗੀ ਦੀ ਕਈ ਵਾਰੀ ਐਸੀਆਂ ਗਲਤੀਆਂ, ਤੁਸੀਂ ਛੋਟੀ ਜਿਹੀ ਗਲਤੀ ਕੀਤੀ, ਸਾਰੀ ਜ਼ਿੰਦਗੀ ਜ਼ੋਰ ਲਾ ਕੇ ਵੇਖ ਲਿਓ, ਉਹ ਗਲਤੀ ਤੁਹਾਡੇ ਕੋਲ ਸਹੀ ਨਹੀਂ ਹੋਊਗੀ। ਐਸੀਆਂ ਕਈ ਵਾਰੀ ਮਿਸਟੇਕ ਆਪਾਂ ਕਰ ਲੈਂਦੇ ਹਾਂ, ਮੇਰੀ ਜ਼ਿੰਦਗੀ 'ਚ ਵੀ ਆਈਆਂ ਨੇ। ਇਸ ਕਰਕੇ ਜ਼ਿੰਦਗੀ ਨੂੰ ਬਹੁਤ ਸਾਫ਼ ਸੁਥਰੇ ਤਰੀਕੇ ਨਾਲ ਬਤੀਤ ਕਰੋ। ਐਵੇਂ ਨਾ ਆਪਣੀ ਜ਼ਿੰਦਗੀ ਦੀ ਸ਼ਾਂਤੀ ਡਿਸਟਰਬ ਕਰ ਲਿਓ ਛੋਟੇ ਮੋਟੇ ਭੋਗਾਂ ਨੂੰ ਭੋਗਣ ਦੇ ਲਈ। ਕਦੇ ਨਹੀਂ ਪੰਗਾ ਲੈਣਾ ਚਾਹੀਦਾ। ਜ਼ਿੰਦਗੀ ਤੇ ਹੈ ਹੀ ਬੜੀ ਖੂਬਸੂਰਤ ਹੈ। ਕਈ ਲੋਕ ਏਦਾਂ ਡਿਸਟਰਬ ਕਰ ਲੈਂਦੇ ਨੇ, ਮੁੜ ਕੇ ਫਿਰ ਜ਼ਿੰਦਗੀ ਥੋੜੀ ਰਹਿ ਜਾਂਦੀ, ਉਹ ਫਿਰ ਬੋਝ ਬਣ ਜਾਂਦਾ। ਇਸ ਕਰਕੇ ਧਿਆਨ ਦੇ ਨਾਲ, ਠੀਕ ਹੈ, ਹਮੇਸ਼ਾ ਭੋਗ ਨੂੰ ਕਮਜ਼ੋਰ ਰੱਖਣਾ ਹੈ, ਯੋਗ ਨੂੰ ਪਾਵਰਫੁਲ ਰੱਖਣਾ ਹੈ। ਦੇਖੋ ਜਾਨਵਰ ਦੇ ਵਿੱਚ ਭੋਗ ਹੈ, ਇਨਸਾਨ ਦੇ ਅੰਦਰ ਯੋਗ ਹੈ। ਇਹਦੀ ਮਰਜ਼ੀ ਹੈ, ਇਹਨੂੰ ਕੋਈ ਜ਼ਬਰਦਸਤੀ ਮਜਬੂਰ ਨਹੀਂ ਕਰ ਸਕਦਾ। ਤੁਹਾਡੀ ਮਰਜ਼ੀ ਤੋਂ ਬਿਨਾਂ ਕੁਛ ਨਹੀਂ ਹੋਏਗਾ। ਇੱਥੋਂ ਤੱਕ ਜਿਹੜੇ ਸੰਤ ਆ ਉਹ ਕਹਿੰਦੇ ਆ ਮੈਂ ਮਰਜ਼ੀ ਤੋਂ ਬਿਨਾਂ ਆਪਣੇ ਸਿਰ ਤੋਂ ਮੱਖੀ ਵੀ ਨਹੀਂ ਉਡਾਉਂਦਾ, ਬੇਹੋਸ਼ੀ 'ਚ ਕੰਮ ਨਹੀਂ ਕਰਾਂਗਾ, ਹੋਸ਼ ਦੇ ਵਿੱਚ ਕੰਮ ਕਰਾਂਗਾ। ਮੱਖੀ ਇੱਕ ਸੰਤ ਨੇ ਉਡਾ ਦਿੱਤੀ, ਫਿਰ ਉਹਨੇ ਆਪਣੇ ਚੇਲੇ ਨੂੰ ਦੱਸਿਆ ਕਿ ਬੜੀ ਵੱਡੀ ਗਲਤੀ ਹੋ ਗਈ ਮੇਰੇ ਤੋਂ। ਕਹਿੰਦੇ ਕੀ ਹੋਈ? ਉਹ
ਕਹਿੰਦੇ ਮੈਂ ਨਾ ਬੇਹੋਸ਼ੀ ਦੇ ਵਿੱਚ ਮੱਖੀ ਉਡਾ ਦਿੱਤੀ। ਕਹਿੰਦਾ ਸੰਤ ਜੀ ਛੱਡੋ ਖੜਾ, ਕੀ ਹੋ ਗਿਆ? ਮੱਖੀ ਤਾਂ ਉਡਾਈ ਸੀ। ਕਹਿੰਦਾ ਗੱਲ ਮੱਖੀ ਦੀ ਨਹੀਂ ਹੈਗੀ, ਇੰਨੀ ਹੋਸ਼ ਹੈ ਅੰਦਰ, ਪਰ ਮੈਨੂੰ ਪਤਾ ਨਹੀਂ ਲੱਗਾ, ਮੇਰਾ ਹੱਥ ਉੱਪਰ ਚੱਲ ਗਿਆ। ਕਹਿੰਦਾ ਮੇਰਾ ਹੱਥ ਆ, ਕਮ ਸੇ ਕਮ ਮੇਰੇ ਕੰਟਰੋਲ 'ਚ ਤੇ ਹੋਣਾ ਚਾਹੀਦਾ ਸੀ। ਮੈਂ ਹੱਥ ਲੈ ਕੇ ਜਾਵਾਂ, ਇਹ ਮੇਰੀ ਮਰਜ਼ੀ ਹੋਣੀ ਚਾਹੀਦੀ, ਨਾ ਕਿ ਸਰੀਰ ਦੀ ਮਰਜ਼ੀ ਹੋਣੀ ਚਾਹੀਦੀ। ਪਰ ਤੁਸੀਂ ਦੇਖੋ, ਤੁਹਾਡਾ ਸਰੀਰ ਤੁਹਾਨੂੰ ਕਈ ਵਾਰੀ ਮਜਬੂਰ ਕਰ ਦਿੰਦਾ, ਤੁਹਾਨੂੰ ਇਹ ਦੱਸਦਾ ਹੈ ਕਿ ਇਹ ਜਿਹੜਾ ਤੇਰਾ ਸਰੀਰ ਹੈ ਇਹਦਾ ਮਾਲਕ ਮੈਂ ਵਾਂ, ਨਾ ਕਿ ਤੂੰ। ਤੁਹਾਡੇ ਕੋਲ ਐਸਾ ਕੰਮ ਕਰਵਾ ਲਏਗਾ ਜਿਹੜਾ ਤੁਸੀਂ ਕਿਤੇ ਸੁਪਨੇ 'ਚ ਨਹੀਂ ਸੋਚਿਆ ਹੋਵੇ। ਇਸ ਕਰਕੇ ਯੋਗ ਆਪਾਂ ਪ੍ਰਾਪਤ ਕਰਨਾ ਹੈ। ਯੋਗ ਦਾ ਮਤਲਬ ਭਗਤੀ ਤੋਂ ਬਾਅਦ ਇੱਕ ਅਵਸਥਾ, ਜਦੋਂ ਤੁਹਾਡੇ ਅੰਦਰ ਸੰਤੋਖ ਪੈਦਾ ਹੋ ਗਿਆ ਨਾ, ਤੇ ਫਿਰ ਚੀਜ਼ ਜਿਹੜੀ ਹੈ ਨਾ, ਜਿੱਦਾਂ ਮੱਛੀ ਹੈ ਤੇ ਕੰਡਾ, ਤੇ ਕੰਡੇ ਵਿੱਚ ਜੋ ਉਹ ਗੰਡੋਆ ਫਸਿਆ, ਫਿਰ ਮੱਛੀ ਕੀ ਕਰਦੀ ਆ? ਰਹਿੰਦੀ ਸਾਗਰ ਦੇ ਵਿੱਚ ਹੀ ਆ, ਜਿੱਦਾਂ ਕਮਲ ਰਹਿੰਦਾ, ਪਰ ਉਹ ਕੰਡਾ ਨਹੀਂ ਖਾਂਦੀ। ਕਿਉਂ ਨਹੀਂ ਖਾਂਦੀ? ਕਿਉਂਕਿ ਉਹਨੂੰ ਪਤਾ ਹੈ ਕੰਡੇ ਦੇ ਉੱਤੇ ਸਵਾਦ ਤੇ ਜ਼ਰੂਰ ਲੱਗਾ ਹੈ, ਮੁੜ ਕੇ ਕਸ਼ਟ ਵੀ ਉਹਦੇ ਨਾਲ ਜੁੜਿਆ। ਕਸ਼ਟ ਮਤਲਬ ਫਿਰ ਜਦੋਂ ਮੱਛੀ ਉਹ ਗੰਡੋਏ ਨੂੰ ਖਾਂਦੀ, ਜਿਹੜੀ ਨਹੀਂ ਧਿਆਨ ਦਿੰਦੀ, ਤੇ ਫਿਰ ਉਹ ਕੀ, ਮੱਛੀ ਫੜਨ ਵਾਲਾ ਬੰਦਾ ਉਹਨੂੰ ਕੱਢ ਕੇ ਬਾਹਰ ਲੈ ਆਉਂਦਾ ਪਾਣੀ ਚੋਂ, ਫਿਰ ਤੜਫਦੀ ਹੈ ਜਿੱਦਾਂ ਇਹ ਪੁਲਿਸ ਵਾਲਾ ਤੜਫਣ ਦਿਆ ਹੁਣ। ਫਿਰ ਬੰਦਾ ਸੋਚਦਾ ਕਿ ਮੈਂ ਏਦਾਂ ਕਿਉਂ ਕੀਤਾ, ਪਰ ਹੁਣ ਕੁਛ ਨਹੀਂ ਹੋ ਸਕਦਾ, ਕੰਡਾ ਗਲ 'ਚ ਫਸ ਚੁੱਕਿਆ ਵਾ। ਟਾਈਮ ਇਜ਼ ਗੋਨ। ਇਸ ਕਰਕੇ ਜ਼ਿੰਦਗੀ ਨੂੰ ਬੜੇ ਸੁਥਰੇ ਤਰੀਕੇ ਨਾਲ ਬਤੀਤ ਕਰਨਾ ਹੈ। ਬਾਣੀ 'ਚ ਵੀ ਮਨਾ ਕੀਤਾ ਹੈ, ਐਸਾ ਕਰਮ, ਨਿਜਰ ਸਾਹਿਬ ਐਸਾ ਕੰਮ ਮੂਲੇ ਨਾ ਕੀਚੇ ਜੇ ਤੰਤ ਪਛੋਤਾਈਏ। ਕਿਉਂਕਿ ਫਿਰ ਪਛਤਾਉਣ ਦੇ ਨਾਲ ਉਹ ਸਹੀ ਥੋੜੀ ਹੋਣਾ ਵਾ। ਕੌਣ ਮਾਫ ਕਰਦਾ? ਅੱਜ ਕੱਲ ਕੋਈ ਕਿਸੇ ਨੂੰ ਮਾਫ ਨਹੀਂ ਕਰਦਾ। ਹਾਂਜੀ, ਆਪ ਬੋਲੀ ਅੱਗੇ ਨਿਜਰ ਸਾਹਿਬ। ਅੱਗੇ ਪੌੜੀ ਆ ਗਈ ਜੀ। ਇਹਨਾਂ ਦੇ ਗੱਲ ਇਹੀ ਜਿਹੜੀ ਹੈਗੀ, ਜੋ ਤੁਸੀਂ ਗੱਲਾਂ ਕਰ ਰਹੇ ਹੋ ਬਈ ਕਿਉਂ ਜਿਹੜਾ ਹੈਗਾ ਆਪਾਂ ਜਿਹੜੀ ਹੈਗੀ ਇਹ ਜਿਹੜੇ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਹੈਗੇ, ਇਹ ਕਿਉਂ ਇਨਸਾਨ ਇਹਨਾਂ ਦੇ ਵੱਸ 'ਚ ਹੋ ਜਾਂਦਾ ਹੈ, ਕਿਉਂ ਹਾਰ ਜਾਂਦਾ ਹੈ? ਇਹਨਾਂ ਦੀ ਤਾਕਤ ਦੱਸੀ ਅਗਲੀ ਪੌੜੀ ਦੇ ਵਿੱਚ, ਇਸ ਸ਼ਲੋਕ ਦੇ ਨਾਲ ਜਿਹੜੀ ਪੌੜੀ ਹੈਗੀ। ਪੌੜੀ ਸੂਰਵੀਰ ਵਰਿਆਮ ਕਿਨੇ ਨਾ ਹੋੜੀਏ। ਕਹਿੰਦੇ ਬਹੁਤ ਤਗੜੇ ਯੋਧੇ ਹੈਗੇ, ਵਰਿਆਮ ਸੂਰਵੀਰ, ਇਹ ਜਿਹੜੇ ਹੈਗੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਹੈਗੇ, ਬਹੁਤ ਜ਼ਿਆਦਾ ਬਹਾਦਰ ਹੈਗੇ, ਸੂਰਮੇ ਯੋਧੇ ਸਿਪਾਹੀ। ਕਿਨੇ ਨਾ ਹੋੜੀਏ, ਕਹਿੰਦੇ ਕੋਈ ਇਹਨਾਂ ਨੂੰ ਡੱਕਰ ਨਹੀਂ ਸਕਦਾ, ਰੋਕ ਨਹੀਂ ਸਕਦਾ, ਹੋੜ ਨਹੀਂ ਸਕਦਾ। ਫੌਜ ਸਤਾਣੀ ਹਾਠ ਪੰਜਾਂ ਜੋੜੀਏ। ਇਹਨਾਂ ਦੀ ਫੌਜ ਸੱਤਾ ਵਾਲੀ ਹੈ, ਤਾਕਤ ਵਾਲੀ ਹੈਗੀ ਆ। ਇਹਨਾਂ ਦਾ ਹਾਠ ਜਿਹੜਾ ਹੈਗਾ, ਇਹਨਾਂ ਦਾ ਜਿਹੜਾ ਹੈਗਾ, ਇਹਨਾਂ ਦੀ ਜਿਹੜੀ ਹੈ ਉਹ ਸੈਨਾ ਜਿਹੜੀ ਹੈਗੀ ਆ, ਪੂਰੀ ਫੌਜ ਹੈ ਇਹਨਾਂ ਦੇ ਕੋਲ। ਦੇਖੋ ਇਹਨਾਂ ਦੇ ਕੋਲ 10 ਇੰਦਰੀਆਂ ਹੈਗੀਆਂ, 10 ਇੰਦਰੀਆਂ ਦੇ ਕਿੰਨੇ ਭੋਗ ਪਏ ਹੋਏ ਆ ਇਹਨਾਂ ਦੇ ਕੋਲ। ਇਹਨਾਂ ਦੀ ਫੌਜ, ਇਹਨਾਂ ਦੀ ਤਾਕਤ। ਫੌਜ ਸਤਾਣੀ ਹਾਠ ਪੰਜਾਂ ਜੋੜੀਏ, 10 ਨਾਰੀ ਅਵਧੂਤ ਦਿਨ ਚਮੋੜੀਏ। ਕਹਿੰਦੇ 10 ਇੰਦਰੀਆਂ ਹੈਗੀਆਂ ਇਹਨਾਂ ਦੇ ਕੋਲ, ਔਰ ਅਵਧੂਤ ਕਹਿੰਦੇ ਆ ਭਗਤੀ ਕਰਨ ਵਾਲੇ ਵਿਰਕਤ ਸਾਧੂ। ਕਹਿੰਦੇ ਉਹਨਾਂ ਨੂੰ ਵੀ ਚਮੇੜ ਦਿੰਦੇ ਆ, ਉਹਨਾਂ ਨੂੰ ਵੀ ਆ ਲਾ ਦਿੰਦੀਆਂ 10 ਇੰਦਰੀਆਂ ਜਿਹੜੀਆਂ ਹੈਗੀਆਂ, ਬਸ ਸਵਾਦਾਂ ਦੇ ਵਿੱਚ, ਭੋਗਾਂ ਦੇ ਵਿੱਚ ਚਿਮੜ ਜਾਂਦੀਆਂ। ਜਿਣ ਲੈਣ ਰਲਾਏ ਇਹੋ ਇਹਨਾਂ ਲੋੜੀਏ। ਕੀ ਚਾਹੀਦਾ ਇਹਨਾਂ ਨੂੰ? ਬਸ ਡਿਗਾਓ ਇਹਨਾਂ ਨੂੰ ਸਵਾਦਾਂ ਦੇ ਵਿੱਚ, ਭੋਗਾਂ ਦੇ ਵਿੱਚ ਪਾ ਕੇ, ਤੇ ਆਪਣੇ ਨਾਲ ਜਿਹੜਾ ਹੈਗਾ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਨਾਲ ਆਪਣੇ ਨਾਲ ਰਲਾ ਲਓ ਇਹਨਾਂ ਨੂੰ, ਬਸ ਇੰਦਰੀਆਂ ਦੇ ਭੋਗਾਂ ਦੇ ਵਿੱਚ ਫਸਾ ਦਿਓ। ਆਹੀ ਤਾਂ ਖੇਡ ਪਾਏ ਹੀ ਮਾਲਕ ਪਰਮਾਤਮਾ ਨੇ। ਤ੍ਰੈ ਗੁਣ ਇਨਕੇ ਵਸ ਕਿਨੇ ਨਾ ਮੋੜੀਏ। ਆ 3 ਗੁਣੀ ਜਿਹੜੇ ਵੀ ਜੀਵ 3 ਗੁਣੀ ਮਾਇਆ ਦੇ ਵਿੱਚ ਹੈ, 3 ਗੁਣਾਂ ਦੇ ਵਿੱਚ ਹੈਗੇ, ਤਮੋ ਰਜੋ ਸਤੋ ਦੇ ਵਿੱਚ, ਕਹਿੰਦੇ ਇਹ ਸਾਰੇ ਇਹਨਾਂ ਦੇ ਕੰਟਰੋਲ ਦੇ ਵਿੱਚ ਹੈਗੇ। ਤ੍ਰੈਗੁਣੀ ਜੀਵ ਜਿੰਨੇ ਵੀ ਇਹਨਾਂ ਦੇ ਕੰਟਰੋਲ 'ਚ, ਜਿਹੜਾ 3 ਗੁਣਾਂ ਤੋਂ ਉੱਪਰ ਚੌਥੇ ਗੁਣ 'ਚ ਜਾਏਗਾ ਉਹ ਇਹਨਾਂ ਦੇ ਕੰਟਰੋਲ ਤੋਂ ਬਚੇਗਾ। ਔਰ ਚੌਥਾ ਗੁਣ ਹੈਗਾ ਸਹਿਜ ਅਵਸਥਾ, ਧਿਆਨ ਸਿਮਰਨ ਭਗਤੀ। ਤ੍ਰੈਗੁਣ ਇਨਕੇ ਵਸ ਕਿਨੇ ਨਾ ਮੋੜੀਏ, ਕੋਈ ਮੋੜ ਹੀ ਨਹੀਂ ਸਕਦਾ ਇਹਨਾਂ ਨੂੰ। ਪਰਮ ਕੋਟ ਮਾਇਆ ਖਾਈ, ਕਹੋ ਕਿਤ ਬਿਦ ਤੋੜੀਏ।
ਇਹਨਾਂ ਦੇ ਕੋਲ ਹੈ ਭਰਮ ਝੂਠ ਦਾ, ਸਵਾਦਾਂ ਦਾ ਇੰਨਾ ਤਕੜਾ ਜਿਹੜਾ ਹੈਗਾ ਭਰਮ ਦਾ ਕਿਲਾ ਹੈਗਾ, ਔਰ ਉਹਦੇ ਚਾਰੋਂ ਪਾਸੇ ਮਾਇਆ ਦੀ ਖਾਈ ਹੈਗੀ ਆ, ਤ੍ਰਿਸ਼ਨਾ ਦਾ ਜਲ ਪਿਆ ਹੋਇਆ ਖਾਈ ਦੇ ਵਿੱਚ। ਮਜਾ ਲਿਆ ਕੋਈ ਜਿਹੜਾ ਹੈਗਾ, ਕੋਈ ਪਹੁੰਚ ਜਾਏ ਜਿਹੜਾ ਹੈਗਾ ਆਪਣੀ ਆਤਮਾ ਦੇ ਨੇੜੇ। ਪਰਮ ਕੋਟ ਮਾਇਆ ਖਾਈ ਕਹੋ ਕਿਤ ਬਿਦ ਤੋੜੀਏ। ਕਿਵੇਂ ਤੋੜੀ ਜਾ ਸਕਦੀ ਹੈ ਭਾਈ ਇਹ ਕਿਲਾ? ਹੁਣ ਆਖਰੀ 2 ਲਾਈਨਾਂ ਦੇ ਵਿੱਚ ਮਹਾਰਾਜ ਵਿਧੀ ਦੱਸ ਰਹੇ ਆ ਭਾਈ ਕੀ ਕਰਨਾ ਪਊਗਾ। ਗੁਰ ਪੂਰਾ ਆਰਾਧ ਬਿਖਮ ਦਲ ਫੋੜੀਏ। ਕਹਿੰਦੇ ਧਿਆਨ ਸਿਮਰਨ ਪੂਰੇ ਗੁਰੂ ਜੋ ਕਹਿ ਰਿਹਾ ਆ ਉਹ ਆਰਾਧਨਾ ਕਰਕੇ ਹੀ, ਵਿਚਾਰ ਬੰਦ ਕਰਕੇ ਹੀ ਇਹਨਾਂ ਦਾ ਬਿਖਮਗੜ੍ਹ ਜਿਹੜਾ ਹੈਗਾ ਬਹੁਤ ਹੀ ਔਖਾ ਕਿਲਾ ਤੋੜਿਆ ਜਾ ਸਕਦਾ ਹੈ। ਤਾਂ ਅੰਮ੍ਰਿਤ ਤੱਕ ਪਹੁੰਚ ਸਕਦੇ ਹਾਂ, ਤਾਂ ਆਤਮ ਦਰਸ਼ਨ ਕਰ ਸਕਦੇ ਹਾਂ। ਹਾਂ ਤਿਸ ਅੱਗੇ ਦਿਨ ਰਾਤ ਰਹਾ ਕਰ ਜੋੜੀਏ। ਕਹਿੰਦੇ ਮੈਂ ਤਾਂ ਭਾਈ ਪੂਰੇ ਗੁਰੂ ਦੇ ਅੱਗੇ ਹੱਥ ਜੋੜ ਕੇ ਰਵਾਂ, ਪੂਰੇ ਗੁਰੂ ਤੋਂ ਮੱਤ ਲਈ ਜਾਵਾਂ, ਵਿਵੇਕ ਬੁੱਧੀ ਲਈ ਜਾਵਾਂ ਔਰ ਧਿਆਨ ਸਿਮਰਨ ਕਰੀ ਜਾਵਾਂ ਔਰ ਤੋੜਦਾ ਇਹਨਾਂ ਦਾ ਗੜ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ। ਦੇਖੋ ਇੱਥੇ ਫੇਰ ਉਹ ਸਮਝਾਉਂਦੇ ਨੇ ਪੌੜੀ ਦੇ ਵਿੱਚ, ਕਿਤੇ ਸੂਰਬੀਰ ਹੈ ਵਰਿਆਮ ਕਿੰਨੇ ਨਾ ਹੋੜੀਏ। ਫੌਜ ਰੋਕ ਨਹੀਂ ਸਕੇ ਨਾ। ਹਾਂ ਕੋਈ ਰੋਕ ਨਹੀਂ ਸਕਦਾ। ਇੰਨੇ ਯੋਧੇ ਹੈਗੇ, ਇੰਨੇ ਸੂਰਬੀਰ ਹੈਗੇ, ਇੰਨੇ ਸਿਪਾਹੀ ਹੈਗੇ ਬਹਾਦਰ। ਫੌਜ ਸਤਾਣੀ ਹਾਠ ਇਹਨਾਂ ਦੀ ਪੂਰਾ ਇਹਨਾਂ ਦਾ ਪੂਰੀ ਫੌਜ ਹੈ, ਇਹਨਾਂ ਦਾ ਹਾਠ ਹੈ ਪੂਰਾ ਦਾ ਪੂਰਾ ਤਾਕਤਵਰ ਫੌਜ ਦਾ। ਪੰਚਾਂ ਜੋੜੀਏ, ਇਹ 5 ਜਿਹੜੇ ਹੈਗੇ ਜੋੜੀ ਹੋਈ ਹੈ ਇਹਨਾਂ ਦੀ ਸਾਰੀ ਦੀ ਸਾਰੀ ਫੌਜ ਹੈ ਇਹਨਾਂ ਦੀ ਪੂਰੀ ਦੀ ਪੂਰੀ, ਬਹੁਤ ਤਾਕਤ ਵਾਲੀ ਇਹ ਇਹਨਾਂ ਦੀ ਜਿਹੜੀ ਹੈ ਟੀਮ ਹੈਗੀ ਪੂਰੀ ਦੀ ਪੂਰੀ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਦੇਖੋ ਕਿਉਂ ਇਹ ਇੰਨੇ ਪਾਵਰਫੁਲ ਨੇ, ਆਪ ਜੀ ਨੂੰ ਪਹਿਲਾਂ ਵੀ ਸਮਝਾਇਆ। ਅਗਨੀ ਕ੍ਰੋਧ ਨੂੰ ਪੈਦਾ ਕਰਦੀ ਹੈ, ਜਲ ਲੋਭ ਨੂੰ ਪੈਦਾ ਕਰਦਾ ਹੈ। ਦੇਖੋ ਜਲ ਦੇ ਵਿੱਚ ਜਿੰਨਾ ਮਰਜ਼ੀ ਜਲ ਪਾ ਦਿਓ, ਜਲ ਕਿਤੇ ਮਨਾ ਕਰਦਾ। ਇਸੇ ਤਰ੍ਹਾਂ ਲੋਭ ਹੈ, ਸਾਡੇ ਲੋਭ ਦਾ ਕੋਈ ਅੰਤ ਨਹੀਂ ਹੈਗਾ। ਪਰ ਬਾਣੀ ਕਹਿੰਦੀ ਹੈ ਸਰਬ ਜਗਤ ਕਾ ਰਾਜਾ ਦੁਖੀਆ। ਕਿ ਭਾਵੇਂ ਤੂੰ ਦੁਨੀਆ ਦਾ ਰਾਜਾ ਬਣ ਜਾ ਸਾਰੀ ਸ੍ਰਿਸ਼ਟੀ ਦਾ, ਤੇ ਤੂੰ ਦੁਖੀ ਰਹੇਗਾ ਕਿਉਂਕਿ ਇਹ 'ਚ ਸੁੱਖ ਨਹੀਂ ਹੈਗਾ। ਲੋਭ ਏਡੀ ਮਾੜੀ ਚੀਜ਼ ਹੈ। ਫਿਰ ਕਹਿੰਦੇ ਹਵਾ ਜਿਹੜੀ ਹੈਗੀ ਉਹਦੇ ਅੰਦਰ ਕਾਮ ਹੈ, ਕਾਮ ਰੂਪੀ ਸ਼ਕਤੀ ਹੈਗੀ ਹੈ। ਤੇ ਧਰਤੀ ਕੀ ਕਰਦੀ ਹੈ? ਹੰਕਾਰ ਹੈ। ਧਰਤੀ ਵੇਖੋ ਹਿੱਲਣਾ ਚਾਹੁੰਦੀ ਹੈ, ਉਹ ਚਾਹੁੰਦੀ ਮੈਂ ਸਸਟੇਨ ਕਰਾਂ, ਮੈਂ ਏਦਾਂ ਰੁਕੀ ਰਵਾਂ। ਇਸ ਕਰਕੇ ਹੰਕਾਰ ਵੀ ਜਿਹੜਾ ਸਾਡਾ ਹੈ ਉਹ ਵੀ ਨਹੀਂ ਮਰਨਾ ਚਾਹੁੰਦਾ, ਉਹ ਹਮੇਸ਼ਾ ਜਿੰਦਾ ਰਹਿਣਾ ਚਾਹੁੰਦਾ। ਤੇ ਆਕਾਸ਼ ਕੀ ਹੈ? ਮੋਹ ਨੂੰ ਪੈਦਾ ਕਰਦਾ। ਇਸ ਕਰਕੇ ਬਹੁਤ ਪੰਜ ਤੱਤ ਬਹੁਤ ਪਾਵਰਫੁਲ ਨੇ। ਇਹਨਾਂ ਤੋਂ ਹੀ ਜੀਵ ਦਾ ਨਿਰਮਾਣ ਹੁੰਦਾ ਹੈ। ਜਿਹੜਾ ਜੀਵ ਹੈ ਨਾ ਪ੍ਰਕਿਰਤੀ ਦੇ ਵਿੱਚ, ਰਜੋ ਤਮੋ ਸਤੋ, ਇਹ ਤਿੰਨਾਂ ਗੁਣਾਂ ਦੇ ਵਿੱਚ ਪ੍ਰਕਿਰਤੀ ਚੱਲਦੀ ਹੈ। ਇਹਨਾਂ 5 ਤੋਂ ਜੀਵ ਦਾ ਨਿਰਮਾਣ ਹੁੰਦਾ ਹੈ। ਜੀਵ ਤੋਂ ਭਾਵ ਅਸੀਂ ਤੁਸੀਂ ਆਪਾਂ ਸਭ ਜੀਵ ਹੈ। ਹਰ ਤਰ੍ਹਾਂ ਦੇ ਜਿਹੜੇ ਜੀਵ ਨੇ ਉਹ ਸਾਰੇ ਇਹਨਾਂ 5 ਤੱਤਾਂ ਦੇ ਜੀਵ ਬਣਾਏ ਹੋਏ ਹਨ। ਇਹ ਸਰੀਰ ਔਰ ਆਤਮਾ ਜਿਹੜੀ ਕੰਬੀਨੇਸ਼ਨ ਹੈਗਾ ਇਹ 5 ਤੱਤਾਂ ਦਾ ਹੀ ਹੈਗਾ ਸਰੀਰ। ਇਹਦੇ ਵਿੱਚ ਆਤਮਾ ਮਿਲੀ ਆ ਔਰ ਇਹਦੇ ਨਾਲ ਇਹ ਸਰੀਰ ਦੇ ਨਾਲ ਹੀ ਆਪਾਂ ਨੇ ਨਿਕਲਣਾ ਹੈ ਬਾਹਰ। ਹਾਂਜੀ ਵੀਰ ਜੀ। ਹਾਂਜੀ ਦੇਖੋ ਇੱਕ ਚੀਜ਼ ਦੇਖੋ ਸਾਧ ਸੰਗਤ ਜੀ, ਇਹ ਜੋ ਵੀ ਕੁਝ ਤੁਹਾਨੂੰ ਦਿਖਾਈ ਦੇ ਰਿਹਾ ਜੋ ਇਨਸਾਨ ਨੇ ਬਣਾਇਆ ਨਾ, ਇਹ ਸਾਰਾ ਕੁਝ ਸਾਡੇ ਸਰੀਰ ਚੋਂ ਨਿਕਲਿਆ। ਆ ਤੁਸੀਂ ਜੋ ਵੀ ਕੁਝ ਦੇਖਦੇ ਸਾਡੇ ਸਰੀਰ ਦੇ ਵਿੱਚੋਂ ਉਹ ਚੀਜ਼ ਆਪਾਂ ਪੈਦਾ ਕੀਤੀ ਹੈ। ਜੇ ਟੀਵੀ ਹੈ, ਫ੍ਰਿਜ ਹੈ, AC ਹੈ, ਘੜੀਆਂ ਨੇ, ਮੋਬਾਈਲ ਨੇ, ਇਹ ਸਭ ਸਾਡੇ ਸਰੀਰ ਚੋਂ ਨਿਕਲੇ ਨੇ। ਸਾਡੇ ਸਰੀਰ ਦੇ ਅੰਦਰ ਸੀ ਪਹਿਲਾਂ, ਤੇ ਸਾਡੇ ਵਿੱਚੋਂ ਕਿਸੇ ਨੇ ਇਹਨਾਂ ਸ਼ਕਤੀਆਂ ਨੂੰ ਜਗਾ ਕੇ ਉਹ ਚੀਜ਼ ਤਿਆਰ ਕਰ ਦਿੱਤੀ। ਹੁਣ ਦੇਖੋ ਇੱਕ ਚੀਜ਼ ਨੂੰ ਸਮਝੋ ਆਪ, ਕਹਿੰਦੇ ਆ ਕਿ ਜ਼ਬਰਦਸਤੀ ਵਾਲਾ ਸੌਦਾ ਨਹੀਂ ਹੈ। ਇਹਨਾਂ ਨੂੰ ਮਾਰਨਾ ਔਖਾ ਵਾ ਔਰ ਉਹਦੇ ਲਈ ਵਿਧੀ ਹੈ। ਇਹ ਗੱਲ ਬਿਲਕੁਲ ਸਹੀ ਹੈ। ਫਿਰ ਅਗਲੇ ਬੰਨੇ ਕਹਿੰਦੇ ਆ ਕਿ ਇਹਨਾਂ ਦੇ ਔਗਣਾਂ ਦੇ ਨਾਲ ਫਿਰ 10 ਇੰਦਰੀਆਂ ਜੁੜੀਆਂ ਹੋਈਆਂ ਨੇ। ਹੁਣ ਗਿਆਨ ਇੰਦਰੀਆਂ ਤੇ ਕਰਮ ਇੰਦਰੀਆਂ ਕਿੰਨੀਆਂ ਪਾਵਰਫੁਲ ਨੇ। ਹਾਂਜੀ ਨਿਜਰ ਸਾਹਿਬ ਬਿਲਕੁਲ। ਔਰ ਅਵਧੂਤ ਕਹਿੰਦੇ ਆ ਜਿਹੜੇ ਵਿਰਕਤ ਹੁੰਦੇ, ਜਿਹੜੇ ਧਿਆਨ ਸਿਮਰਨ ਨਹੀਂ ਕਰਦੇ, ਬਾਕੀ ਕਰਮ ਕਾਂਡ ਕਰਦੇ ਆ, ਆਪ ਕਾਰਗ੍ਰਸਤੀ ਛੱਡ ਦਿੰਦੇ ਆ, ਕਹਿੰਦੇ ਉਹਨਾਂ ਨੂੰ ਵੀ ਚਿੰਬੜ ਜਾਂਦੀਆਂ ਹੈ ਜਾ ਕੇ। ਹਾਂਜੀ ਹਾਂ ਜਿਹੜੇ ਬੰਦੇ
ਜ਼ਬਰਦਸਤੀ ਇਹਨਾਂ ਦੇ ਨਾਲ ਡਾਇਰੈਕਟ ਲੜਦੇ ਨਾ, ਦੇਖੋ ਆਪ ਪਲੀਜ਼ ਅੰਡਰਸਟੈਂਡ, ਤੁਸੀਂ ਹਨੇਰੇ ਦੇ ਨਾਲ ਡਾਇਰੈਕਟ ਨਹੀਂ ਲੜ ਸਕਦੇ, ਕਿਉਂਕਿ ਹਨੇਰੇ ਦੇ ਨਾਲ ਡਾਇਰੈਕਟ ਲੜਨ ਦੇ ਨਾਲ ਹਨੇਰੇ ਨੇ ਕਦੇ ਦੂਰ ਨਹੀਂ ਹੋਣਾ। ਪਰ ਜੇ ਤੁਹਾਨੂੰ ਟੈਕਨੀਕ ਦਾ ਪਤਾ ਹੈ, ਤੁਸੀਂ ਲਾਈਟ ਔਨ ਕਰ ਦਿਓ, ਤੁਸੀਂ ਦੀਵਾ ਜਗਾ ਦਿਓ, ਹਨੇਰਾ ਗੁੰਮ, ਹਨੇਰਾ ਚੱਲ ਜਾਏਗਾ। ਇਸੇ ਤਰ੍ਹਾਂ ਇਹ ਜਿਹੜੇ ਔਗਣ ਨੇ ਇਹ ਪਤਾ ਕਿਉਂ ਪੈਦਾ ਹੋ ਰਹੇ ਨੇ? ਕਿਉਂਕਿ ਚਿੱਤ ਦੇ ਵਿੱਚ ਵਿਚਾਰ ਨੇ, ਚਿੰਤਨ ਚੱਲਦਾ ਪਿਆ। ਜਦੋਂ ਤੁਸੀਂ ਨਿਰਵਿਚਾਰ ਅਵਸਥਾ ਨੂੰ ਅਨੁਭਵ ਕਰ ਲਿਆ, ਹੌਲੀ ਹੌਲੀ ਕਰਕੇ ਚਿੱਤ ਤੁਹਾਡਾ ਸ਼ਾਂਤ ਹੋ ਜਾਣਾ। ਆਪ ਕਬੀਰ ਸਾਹਿਬ ਜੀ ਦੀ ਤੁਕ ਨੂੰ ਸਮਝੋ। ਗੁਰੂ ਨਾਨਕ ਪਾਤਸ਼ਾਹ ਜੀ ਨੇ ਕੀ ਕਿਹਾ? ਵਿਚਾਰ ਮਾਰੇ ਤਰੇ ਤਾਰੇ, ਉਲਟ ਜੋੜ ਨਾ ਆਵੇ। ਕਬੀਰ ਸਾਹਿਬ ਫਿਰ ਉਸੇ ਗੱਲ ਨੂੰ ਦੂਜੇ ਤਰੀਕੇ ਨਾਲ ਸਮਝਾ ਰਹੇ ਨੇ। ਮਨ ਨਿਰਮਲ ਪਿਆ ਜੈਸੇ ਗੰਗਾ ਨੀਰ, ਪਾਛੇ ਲਾਗੇ ਹਰ ਫਿਰੇ, ਕਹਿਤ ਕਬੀਰ ਕਬੀਰ। ਨਿਰਮਲ ਹੋ ਗਿਆ ਮਨ, ਮਨ ਨਿਰਮਲ ਹੋ ਗਿਆ ਮਤਲਬ ਉੱਥੇ ਕੋਈ ਚਿੱਟਾ ਕੱਪੜਾ ਥੋੜੀ ਆ ਜਾਂ ਕਾਲਾ ਸੀ ਤੇ ਚਿੱਟਾ ਹੋ ਗਿਆ। ਕਹਿਣ ਤੋਂ ਭਾਵ ਕਿ ਮਨ ਜਿਹੜਾ ਨਿਰਵਿਚਾਰ ਹੋ ਗਿਆ ਵਾ। ਕਬੀਰ ਸਾਹਿਬ ਫਿਰ ਦੂਜੀ ਜਗ੍ਹਾ ਤੇ ਗੱਲ ਕਹਿੰਦੇ ਨੇ, ਕਹਿੰਦੇ ਇੱਕ ਟੁਕ ਦਮ ਕਰਾਰੀ ਜੇ ਕਰੇ ਹਾਜ਼ਰਾ ਹਜੂਰ ਖੁਦਾ। ਜੇ ਤੂੰ ਆਪਣੇ ਮਨ ਨੂੰ ਰੱਤੀ ਭਰ ਵੀ ਰੋਕ ਲੇਗਾ ਤੇ ਤੂੰ ਪ੍ਰਮਾਤਮਾ ਦੇ ਦਰਸ਼ਨ ਕਰ ਲੇਗਾ। ਆਪ ਨਿਜਰ ਸਾਹਿਬ ਬਿਲਕੁਲ। ਤੇ ਇੱਥੇ ਲੋਕੀ ਬਾਬੇ ਨੂੰ ਕਹਿੰਦੇ ਨੇ ਕਿ ਬਾਬੇ ਜੀ ਕਹਿੰਦੇ ਨੇ ਕਿ ਜੀ ਉਹ ਉੱਥੇ ਪਤਾ ਨਹੀਂ ਮੱਕੜੀ ਬਣੂ, ਪਤਾ ਨਹੀਂ ਕੀ ਬਣੂ, ਕਿੱਥੇ ਰੱਬ ਕੋ ਪਹੁੰਚਣਾ ਹੈ, ਰੱਬ ਪਤਾ ਨਹੀਂ ਕਿੱਥੇ ਆ। ਉਹ ਕਬੀਰ ਸਾਹਿਬ ਤੇ ਇਹ ਕਹਿੰਦੇ ਨੇ ਬਾਣੀ ਦੇ ਵਿੱਚ ਕਿ ਟੁਕ ਦਮ ਕਰਾਰੀ ਜੇ ਕਰੇ, ਤੂੰ ਇੱਕ ਮਨ ਵੀ ਜੇ ਇੱਕ ਛਣ ਵੀ ਆਪਣੇ ਮਨ ਨੂੰ ਰੋਕ ਲੈ ਤੇ ਤੈਨੂੰ ਰੱਬ ਦੇ ਦਰਸ਼ਨ ਹੋ ਜਾਣਗੇ। ਜਿਹਦੇ ਮਤਲਬ ਰੱਬ ਤੇ ਤੋਂ ਦੂਰ ਨਹੀਂ ਹੈਗਾ। ਪਰ ਲੋਕ ਹਮੇਸ਼ਾ ਹੀ ਇਹ ਪ੍ਰਚਾਰ ਕਰਦੇ ਕਿ ਰੱਬ ਕਿਤੇ ਦੂਰ ਆ, ਤੈਨੂੰ ਕਿਸੇ ਗੁਰੂ ਨੇ ਮਿਲਾਉਣਾ ਹੈ। ਪਰ ਕਿਹੜੇ ਗੁਰੂ ਨੇ ਮਿਲਾਉਣਾ ਹੈ? ਜਿਹੜਾ ਆਪ ਨਹੀਂ ਜਾਣਦਾ। ਬਾਣੀ ਦੇ ਵਿੱਚ ਜਿੰਨੇ ਵੀ ਗੁਰੂ ਹੈਗੇ ਇਹ ਸਾਰੇ ਜਾਣਦੇ ਆ। ਇਸੇ ਕਰਕੇ ਤੇ ਕਹਿੰਦੇ ਆ ਕਿ ਤੂੰ ਕਿਉਂ ਕਨਫਿਊਜ਼ ਕਿਉਂ ਹੋ ਰਿਹਾ? ਤੇਰੇ ਚ ਤੇ ਪਰਮਾਤਮਾ ਦੇ ਵਿੱਚ ਦੁਖੀ ਦਾ ਫਰਕ ਨਹੀਂ ਹੈਗਾ। ਬਿਲਕੁਲ ਤੁਸੀਂ ਸੇਮ ਜੋ, ਇੱਕੋ ਹੀ ਜਗ੍ਹਾ ਤੇ ਖਲੋਤੇ ਜੋ। ਜਿੰਨਾ ਚਿਰ ਤੱਕ ਸਾਡੇ ਅੰਦਰ ਅਗਿਆਨ ਹੈ ਉਹਨਾਂ ਚਿਰ ਤੱਕ ਪ੍ਰਮਾਤਮਾ ਪ੍ਰਗਟ ਨਹੀਂ ਹੋਵੇ। ਜਦੋਂ ਅਗਿਆਨ ਭਰਮ ਦੀ ਘਾਈ ਮਿਟ ਜੇਗੀ ਤੇ ਸਾਨੂੰ ਗਿਆਨ ਮਿਲ ਜਾਏਗਾ। ਗਿਆਨ ਮਿਲ ਜਾਏਗਾ ਤੇ ਜੀਵਨ ਦੀ ਸੋਝੀ ਮਿਲ ਜਾਏਗੀ। ਦੇਖੋ ਗਿਆਨ ਤੋਂ ਬਿਨਾਂ ਤੁਸੀਂ ਭਵ ਸਾਗਰ ਤੋਂ ਪਾਰ ਨਹੀਂ ਲੰਘ ਸਕਦੇ। ਪਰਮਾਤਮਾ ਵੀ ਤੁਹਾਡੀ ਮਦਦ ਹੀ ਕਰ ਸਕਦਾ ਹੈ, ਤੁਹਾਨੂੰ ਕੱਢ ਨਹੀਂ ਸਕਦਾ। ਨਿੱਜਰ ਸਾਹਿਬ ਇਹ ਵੀ ਗੱਲ ਕਲੀਅਰ ਹੋ ਜਾਣੀ ਚਾਹੀਦੀ ਹੈ। ਕਿਉਂਕਿ ਪੈਰ ਦੇ ਨਿੱਜਰ ਸਾਹਿਬ ਤੁਹਾਨੂੰ ਖੁਦ ਹੀ ਮਾਰਨੇ ਪੈਣੇ। ਤੁਹਾਡੀ ਕਿਸ਼ਤੀ ਕੌਣ ਕੋ ਦੂਜਾ ਚਲਾਊਗਾ? ਅੰਦਰ ਆਪਣੇ ਜਿਹੜਾ ਹੈਗਾ ਆਪਾਂ ਨੂੰ ਹੀ ਵੜਨਾ ਪੈਣਾ ਹੈ ਭਾਈ। ਗੁਰੂ ਗਿਆਨ ਦੇ ਸਕਦੇ ਆ ਭਾਈ, ਫਾਈਟ ਆਪਾਂ ਨੂੰ ਹੀ ਕਰਨੀ ਪੈਣੀ ਹੈ। ਰਿੰਗ ਦੇ ਵਿੱਚ ਆਪਾਂ ਹੀ ਲੜਾਂਗੇ। ਇਹ ਤਾਂ ਜਿਹੜਾ ਹੈਗਾ ਇਹ ਤਾਂ ਮਾਲਕ ਜਿਹੜਾ ਹੈ ਕਿਸੇ ਦੇ ਵਾਸਤੇ ਆਪਣਾ ਕਾਨੂੰਨ ਜਿਹੜਾ ਹੈਗਾ ਉਹ ਢਿੱਲਾ ਨਹੀਂ ਕਰਦਾ ਮਾਲਕ। ਫਿਰ ਤਾਂ ਜਿਹੜਾ ਪਾਰਸ਼ਲਿਟੀ ਹੋ ਜਾਏਗੀ। ਹਾਂਜੀ ਵੀਰ ਜੀ। ਨਿੱਜਰ ਸਾਹਿਬ ਉਹ ਤੋਕੀ ਹੁੰਦੀ ਨਾ, ਆਪਣੇ ਹੱਥੀ ਆਪਣਾ ਕਾਰਜ ਹੀ ਸਵਾਰੀ। ਹਾਂ, ਆਪਣਾ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ। ਬਿਲਕੁਲ ਸਹੀ ਗੱਲ ਹੈ। ਉਹ ਨਹੀਂ ਕਹਿੰਦੇ ਕਿ ਤੇਰੀ ਫਾਈਟ ਕਰਨ ਵਾਸਤੇ ਰੱਬ ਆ ਜਾਊਗਾ, ਪਰ ਆਪਾਂ ਤਾਂ ਇਹੋ ਸੋਚਦੇ ਆ। ਬਿਲਕੁਲ ਬਿਲਕੁਲ ਇਹੀ ਸੋਚਦੇ ਆ ਕਿ ਰੱਬ ਆ ਜੇ ਸਾਨੂੰ ਮੁਕਤ ਕਰ ਦੇ। ਰੱਬ ਨੇ ਮੁਕਤ ਥੋੜੀ ਕਰਨਾ ਹੈ, ਉਹ ਤਾਂ ਤੁਸੀਂ ਖੁਦ ਹੋਣਾ ਹੈ। ਪ੍ਰਚਾਰ ਵੀ ਤਾਂ ਲੋਕੀ ਇਹੀ ਕਰਦੇ ਵੀ ਬਾਬਾ ਜੀ ਜਿਹੜੇ ਹੈਗੇ ਹੁਣ ਮੁਕਤ ਕਰਾ ਦੇਣਗੇ, ਬਸ ਹੁਣ ਸਾਨੂੰ ਤਾਂ ਕੋਈ ਫਿਕਰ ਹੀ ਨਹੀਂ। ਅਸੀਂ ਤਾਂ ਬਈ ਜੀ ਪੂਰੇ ਦੇ ਲੜ ਲੱਗ ਗਏ ਹੁਣ ਸਾਡਾ, ਅਸੀਂ ਤਾਂ ਬੇੜਾ ਪਾ ਰਿਹਾ ਸਾਡਾ। ਹੁਣ ਮੈਂ ਬਾਬੇ ਦਾ ਨਾਂ ਨਹੀਂ ਲੈਣਾ। ਬਾਬੇ ਜੀ ਸ਼ਾਇਦ ਸਰੀਰ ਦਾ ਤਿਆਗ ਕਰ ਗਏ ਨੇ ਤੇ ਵਿੱਚ ਕਥਾ ਵੀ ਕਰਦੇ ਤੇ ਕੀਰਤਨ ਵੀ ਕਰਦੇ ਆ। ਉਹ ਕਹਿੰਦੇ ਜਿਹੜੇ ਤੁਸੀਂ ਸਾਰੇ ਬੈਠੇ ਜੇ ਨਾ, ਤੁਸੀਂ ਸਾਰਿਆਂ ਮੁਕਤ ਹੋ ਜਾਣਾ। ਤੁਸੀਂ ਸੰਗਤ ਕਰ ਲਈ ਹੈ, ਮੈਂ ਸੰਗਤ ਕਰ ਲਈ ਬਾਬਾ, ਤੇ ਇਹਨਾਂ ਨੂੰ ਦੱਸਣਾ ਕਿ ਭਗਤੀ ਵੀ ਕਰਨੀ ਹੈ। ਤੇਰੇ ਦਰਸ਼ਨ ਕਰਨ ਦੇ ਨਾਲ ਇਹਨਾਂ ਕਿੱਥੋਂ ਮੁਕਤ ਹੋ ਜਾਣਾ? ਮੈਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਤੇ ਇਦਾਂ ਦੀ ਕੋਈ ਵੀ ਤੁਕ ਨਹੀਂ ਲਿਖੀ। ਨਾ 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 ਬਿਲਕੁਲ ਨਹੀਂ। ਤੁਸੀਂ ਮੈਂ ਕਨਫਿਊਜ਼ਨ ਕ੍ਰੀਏਟ ਕਰੀ ਜਾਂਦੇ ਜੋ। ਸੋ ਇਹ ਗੱਲਾਂ ਬਾਤਾਂ ਨੇ। ਦੇਖੋ ਅਗਲੇ ਬੰਨੇ ਬੋਲੋ ਨਿੱਜਰ ਸਾਹਿਬ ਕੀ ਕਹਿੰਦੇ ਨੇ। ਉਹ ਕਹਿੰਦੇ ਨੇ ਕਿ ਜਿਹੜੇ ਔਗਣ ਨੇ ਉਹਨਾਂ ਨੂੰ ਸਪੋਰਟ ਕਰਦੇ ਨੇ ਸਾਡੀ ਇੰਦਰੀਆਂ ਨਾਰੀਆਂ, 10 ਨਾਰੀਆਂ ਕਿਹਾ ਨਾ, ਉਹੀ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਇਹੋ ਹੀ ਅਨੁਭਵ ਕਰਦੀਆਂ ਨੇ। ਬਿਲਕੁਲ ਹਾਂ। ਔਰ ਇਹ ਲੋਕ ਇਹਨਾਂ ਦਾ ਕੰਮ ਕੀ ਹੈਗਾ ਵੀ ਇਹਨਾਂ ਸਾਰਿਆਂ ਨੂੰ ਜਿੱਤ ਕੇ ਸਾਰਿਆਂ ਨੂੰ ਵਿਸ਼ੇ ਵਿਕਾਰਾਂ ਦੇ ਵਿੱਚ ਜਿਹੜਾ ਪਾ ਕੇ ਬਸ ਆਪਣੇ ਨਾਲ ਰਲਾ ਲਓ। ਇਹੀ ਇਹਨਾਂ ਨੂੰ ਜਿਹੜਾ ਹੈਗਾ ਇਹੀ ਕੰਮ ਹੈ ਇਹਨਾਂ ਦਾ। ਬਈ ਰੱਬ ਦੇ ਕੋਲ ਨਾ ਕੋਈ ਜਾਏ, ਮੁਕਤ ਨਾ ਕੋਈ ਹੋਏ, ਸਾਰੇ ਧਰਮਰਾਜ ਦੇ ਕੋਲ ਜਾਣ, ਜੂਨਾਂ ਦੇ ਵਿੱਚ ਜਾਣ। ਇਹ ਇਹਨਾਂ ਦਾ ਕੰਮ ਹੈਗਾ। ਹਾਂਜੀ ਵੀਰ ਜੀ। ਨਿੱਜਰ ਸਾਹਿਬ ਦੇਖੋ ਜਿਹੜਾ ਸੱਪ ਦਾ ਜ਼ਹਿਰ ਆ,
ਕਿੰਨੀ ਜ਼ਹਿਰੀਲੀ ਚੀਜ਼ ਹੈ, ਜੇਕਰ ਉਹ ਸਾਡੇ ਸਰੀਰ ਦੇ ਨਾਲ ਡਾਇਰੈਕਟ ਸੰਪਰਕ ਚ ਆਉਂਦਾ ਹੈ ਤੇ ਅਸੀਂ ਬੰਦਾ ਮਰ ਸਕਦਾ। ਪਰ ਵੇਖ ਲਓ ਬੰਦੇ ਦੀ ਬੁੱਧੀ ਚ ਇੰਨਾ ਦਮ ਆ, ਉਸੇ ਜ਼ਹਿਰ ਦੀ ਦਵਾਈ ਵੀ ਬਣ ਜਾਂਦੀ ਹੈ। ਬਿਲਕੁਲ ਬਣ ਜਾਂਦੀ ਹੈ, ਬਹੁਤ ਦਵਾਈਆਂ ਬਣਦੀਆਂ ਉਹਦੀ। ਹਾਂ, ਹੁਣ ਇਸੇ ਤਰ੍ਹਾਂ ਜਿਹੜੇ ਭੋਗ ਨੇ ਉਹ ਜੋਗ ਬਣ ਜਾਂਦੇ ਆ ਨਿਚਰ ਸਾਹਿਬ। ਉਹਨਾਂ ਦਾ ਇਸਤੇਮਾਲ ਕਰਨ ਦਾ ਜਿਹੜਾ ਸਹੀ ਢੰਗ ਆ ਸਾਨੂੰ ਪਤਾ ਲੱਗ ਜਾਂਦਾ। ਹੁਣ ਤੁਸੀਂ ਵੇਖੋ, ਕੋਈ ਵੀ ਚੀਜ਼ ਹੈ, ਭਾਵੇਂ ਸ਼ਹਿਦ ਆ, ਚਾਹੇ ਦੁੱਧ ਆ, ਚਾਹੇ ਘਿਓ ਆ, ਜਾਂ ਹੋਰ ਕੋਈ ਪਾਵਰਫੁਲ ਚੀਜ਼ ਹੈ, ਜਦੋਂ ਤੁਸੀਂ ਉਹਦਾ ਇਸਤੇਮਾਲ ਗਲਤ ਕਰਦੇ, ਜੋ ਕਾਨੂੰਨ ਦੇ ਅਨੁਸਾਰ ਨਹੀਂ ਕਰਦੇ, ਤੇ ਫਿਰ ਉਹ ਚੀਜ਼ ਤੁਹਾਡੇ ਸਰੀਰ ਦੇ ਵਿੱਚ ਰੋਗ ਪੈਦਾ ਕਰਦੀ ਹੈ। ਬਿਲਕੁਲ ਨੁਕਸਾਨ ਕਰਦੀ, ਚਾਹੇ ਤੁਸੀਂ ਵਧੀਆ ਚੀਜ਼ ਖਾ ਰਹੇ ਆ, ਨੁਕਸਾਨ ਕਰੇਗੀ ਉਹ। ਹਾਂ, ਤੇ ਜਦੋਂ ਤੁਸੀਂ ਕੰਟਰੋਲ ਮੈਜਰਮੈਂਟ 'ਚ ਕੋਈ ਜ਼ਹਿਰ ਵੀ ਪੀ ਲੈਂਦੇ ਜੋ, ਉਹ ਤੁਹਾਡਾ ਫਾਇਦਾ ਹੈ। ਉਹ ਸਰੀਰ ਦੇ ਵਿੱਚ ਕੋਈ ਨੁਕਸ ਹੈਗਾ ਤਾਂ ਉਹਨੂੰ ਕੀੜੇ ਨੂੰ ਮਾਰਨ ਦੇ ਲਈ ਉਹ ਕੰਮ ਕਰੇਗਾ। ਠੀਕ ਹੈ ਜੀ, ਸੋ ਇਹ ਗੱਲਾਂ ਬਾਤਾਂ ਨੇ। ਆਪ ਅਗਲੇ ਬੰਨੇ ਬੋਲੋ ਨਹੀਂ ਜੈਸਾ। ਜਿਣ ਜਿਣ ਲੈਣ ਰਲਾਏ ਇਹੋ ਇਹਨਾਂ ਲੋੜੀਏ, ਤ੍ਰੈ ਗੁਣ ਇਨਕੇ ਵਸ ਕਿਨੇ ਨਾ ਮੋੜੀਏ। ਤਿੰਨ ਗੁਣੀ ਸਾਰੇ ਜੀਵ ਇਹਨਾਂ ਦੇ ਵਸ 'ਚ ਹੈ, ਜਿਹੜੇ ਵੀ ਤਿੰਨ ਗੁਣਾਂ ਦੇ ਵਿੱਚ ਵਿਚਰ ਰਹੇ ਆ। ਤਿੰਨ ਗੁਣ ਦਾ ਮਤਲਬ ਆ ਇਹ ਪਦਾਰਥ, ਇਹ ਭੋਗ, ਇਹ ਤਿੰਨ ਗੁਣ ਹੈਗੇ ਮਾਇਆ ਦੇ ਤਿੰਨ ਗੁਣ, ਜਿਹੜੇ ਮਾਇਆ ਨਹੀਂ ਚਾਹੁੰਦੇ ਆ। ਬਸ ਆਹੀ ਚਾਹੀਦਾ ਸਾਨੂੰ, ਬਸ ਖਾਣਾ ਪੀਣਾ, ਹੱਸਣਾ ਸੌਣਾ, ਵਿਸਰ ਗਿਆ ਹੈ ਮਰਨਾ। ਭਰਮ ਕੋਟ ਮਾਇਆ ਖਾਈ, ਕਹੋ ਕਿਤ ਬਿਦ ਤੋੜੀਏ। ਆ ਜਿਹੜਾ ਭਰਮ ਦਾ ਕਿਲਾ ਹੈ, ਝੂਠ ਦਾ ਕਿਲਾ ਹੈਗਾ, ਔਰ ਇਹ ਸਵਾਦਾਂ ਦਾ ਕਿਲਾ ਹੈਗਾ, ਔਰ ਮਾਇਆ ਦੀ ਜਿਹੜੀ ਹੈ ਖਾਈ ਚਾਰੋਂ ਪਾਸੇ ਕਿਲੇ ਦੇ ਹੈਗੀ। ਉਹਦੇ 'ਚ ਤ੍ਰਿਸ਼ਨਾ ਦਾ, ਵਿਸ਼ੇ ਵਿਕਾਰਾਂ ਦਾ ਜਲ ਹੈਗਾ। ਕਹਿੰਦੇ ਭਾਈ ਇਹ ਕਿਲੇ ਨੂੰ ਕਿਵੇਂ ਜਿਹੜਾ ਹੈਗਾ ਤੋੜੀਏ, ਬੜਾ ਔਖਾ ਹੈਗਾ ਭਾਈ। ਇਹਨਾਂ ਦਾ ਪੂਰਾ ਦਾ ਪੂਰਾ ਦਲ ਹੈਗਾ। ਇਹ ਕਿਲਾ ਜਿਹੜਾ ਹੈਗਾ ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਇਹਨੂੰ ਤੋੜਿਆ ਜਾਏ ਕਿਲੇ ਨੂੰ। ਤੇ ਆਖਰੀ ਦੇ ਵਿੱਚ ਜਿਹੜਾ ਹੈਗਾ ਮਹਾਰਾਜ ਜਿਹੜੇ ਹੈਗੇ ਪੰਜਵੀਂ ਪਾਤਸ਼ਾਹੀ ਆਪਾਂ ਨੂੰ ਵਿਧੀ ਦੱਸ ਰਹੇ ਭਾਈ। ਜੇ ਗੇਮ ਜਿੱਤਣਾ ਚਾਹੁੰਦਾ ਹੈ ਪਿਆਰਿਆ, ਤੇ ਆ ਦੋ ਲਾਈਨਾਂ ਨੂੰ ਫੜ ਲਾ। ਗੁਰ ਪੂਰਾ ਆਰਾਧ ਬਿਖਮ ਦਲ ਫੋੜੀਐ। ਕਹਿੰਦੇ ਜੋ ਗੁਰ ਪੂਰਾ ਕਹਿ ਰਿਹਾ ਹੈ, ਜੋ ਬ੍ਰਹਮ ਗਿਆਨ ਕਹਿ ਰਿਹਾ, ਭਾਈ ਧਿਆਨ ਸਿਮਰਨ ਕਰ, ਆਰਾਧਨਾ ਕਰ, ਤਾਂ ਇਹ ਬਿਖਮ ਜਿਹੜਾ ਹੈਗਾ, ਦਲ ਜਿਹੜਾ ਹੈਗਾ, ਇਹਨੂੰ ਤੂੰ ਭੰਨ ਸਕੇਗਾ। ਤਾਂ ਤੈਨੂੰ ਐਕਸੈਸ ਮਿਲੇਗੀ ਕਿਲੇ ਦੇ ਵਿੱਚ ਵੜਨ ਦੀ। ਗੁਰ ਪੂਰਾ ਆਰਾਧ ਬਿਖਮ ਦਲ ਫੋੜੀਏ, ਹਾਂ ਤਿਸ ਅੱਗੇ ਦਿਨ ਰਾਤ ਰਹਾ ਕਰ ਜੋੜੀਏ। ਕਹਿੰਦੇ ਮੈਂ ਤਾਂ ਪੂਰੇ ਗੁਰੂ ਦੇ ਅੱਗੇ ਦਿਨ ਰਾਤ ਜਿਹੜਾ ਹੈਗਾ ਭਗਤੀ ਕਰਾਂ ਭਾਈ, ਪੂਰੇ ਗੁਰੂ ਦੇ ਅਨੁਸਾਰ ਵਿਵੇਕ ਬੁੱਧੀ ਲਈ ਜਾਵਾਂ, ਔਰ ਜਿਹੜਾ ਹੈਗਾ ਇਹ ਬਿਖਮ ਦਲ ਜਿਹੜਾ ਹੈਗਾ ਇਹਨੂੰ ਭੰਨੀ ਜਾਵਾਂ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਉਹ ਕਹਿੰਦੇ ਨੇ ਕਿ ਵਿਧੀ ਕੀ ਹੈ, ਕਿਤੇ ਬਿੱਦ ਤੋੜੀਏ। ਇਸ ਜਿਹੜੀ ਉਲਝਣ ਆ, ਜਿਹੜੀ ਚੇਨ ਆ, ਲਗਾਤਾਰ ਸਾਨੂੰ ਬਾਰ-ਬਾਰ ਮਰਨ ਜੰਮਣ ਚ ਲੈ ਰਹੀ ਆ, ਇਹਨੂੰ ਕਿੱਦਾਂ ਤੋੜਿਆ ਜਾਵੇ। ਤੇ ਉਹ ਕਹਿੰਦੇ ਕਿ ਉਹਨੂੰ ਤੋੜਨ ਦਾ ਤਰੀਕਾ ਹੈ ਕਿ ਕੋਈ ਚੰਗੀ ਸੰਗਤ ਕਰੋ। ਬਿਲਕੁਲ। ਤੇ ਫੇਰ ਕੀ ਹੋਊਗਾ, ਫਿਰ ਜਿਹੜਾ ਬਿਖਮ ਦਲ ਫੋੜੀਏ, ਇਹ ਜਿਹੜਾ ਔਖਾ ਕੰਮ ਹੈ ਇਹ ਸਫਲ ਹੋ ਸਕਦਾ ਹੈ, ਸਰਲ ਹੋ ਸਕਦਾ ਹੈ। ਦੇਖੋ ਬਾਣੀ ਦੇ ਵਿੱਚ ਕੇਵਲ ਇੰਨਾ ਕਿਹਾ ਗਿਆ ਹੈ ਕਿ ਤੁਸੀਂ ਆਪਣੇ ਚਿੱਤ ਦੇ ਵਿੱਚ ਜਿਹੜੀ ਹੋ ਰਹੀ ਮੂਵਮੈਂਟ ਹੈ ਨਾ, ਉਹਨੂੰ ਦੇਖੋ, ਧਿਆਨ ਕਰੋ ਉਹਦਾ, ਧਿਆਨ ਨੂੰ ਪਕਾਓ। ਤੁਹਾਡਾ ਧਿਆਨ ਪੱਕ ਗਿਆ ਤੇ ਤੁਹਾਡਾ ਆਟੋਮੈਟਿਕਲੀ ਜੀਵਨ ਸਫਲ ਹੋ ਜਾਣਾ। ਦੇਖੋ ਹੁਣ ਤੁਸੀਂ ਕਹੋਗੇ ਕਿ ਧਿਆਨ ਦਾ ਕੀ ਕਨੈਕਸ਼ਨ ਹੈ ਔਗੁਣਾਂ ਤੋਂ ਲੜਨ ਦੇ ਲਈ। ਦੇਖੋ ਜੇਕਰ ਤੁਹਾਡਾ ਧਿਆਨ ਕਮਜ਼ੋਰ ਹੈ ਨਾ ਤੇ ਇੰਦਰੀਆਂ ਨੇ ਭਟਕ ਜਾਣਾ, ਪਰ ਜੇਕਰ ਤੁਹਾਡਾ ਧਿਆਨ ਸਟਰੋਂਗ ਆ। ਗੁਰਕੀ ਜੀ ਫਿਰ ਜਿਹੜਾ ਹੈਗਾ ਸਵਿਚ ਹੋਣ ਲੱਗ ਗਿਆ ਤੁਹਾਡਾ, ਬਹੁਤ ਜ਼ੋਰ ਦੀ ਬਾਰ-ਬਾਰ ਸਵਿਚ ਹੋ ਰਿਹਾ ਤੁਹਾਡਾ। ਅੱਛਾ ਹੁਣ ਵੀ ਹੋ ਰਿਹਾ? ਹਾਂ ਅਜੇ ਵੀ? ਹੋਰ ਕੀ? ਇੱਕ ਸੈਕਿੰਡ ਰੁਕੋ। ਨਾ ਇਹਦਾ ਪਰਮਾਨੈਂਟ ਸੋਲੂਸ਼ਨ ਕੱਢੋ ਜੀ। ਸੋਲੂਸ਼ਨ ਕੋਈ ਹਾਂਜੀ ਹੁਣ ਵੀ ਉਦਾਂ ਹੀ ਹੈ? ਨਹੀਂ ਹੁਣ ਤਾਂ ਨਹੀਂ ਹੋ ਰਿਹਾ। ਠੀਕ ਹੈ।
ਹੁਣ ਇਹਦੇ ਵਿੱਚ ਦੇਖੋ ਇਹ ਹੈ ਕਿ ਜਦੋਂ ਤੁਹਾਡਾ ਚਿੱਤ ਸ਼ਾਂਤ ਹੋ ਗਿਆ ਨਾ, ਆਟੋਮੈਟਿਕਲੀ ਇੰਦਰੀਆਂ ਦੀ ਜਿਹੜੀ ਸ਼ਕਤੀ ਆ ਉਹ ਘਟਦੀ ਜਾਣੀ ਹੈ। ਅਸ਼ਾਂਤ ਚਿੱਤ ਦੇ ਵਿੱਚ ਕੀ ਹੈ ਕਿ ਕੋਈ ਵੀ ਵਿਚਾਰ ਆਇਆ, ਕੋਈ ਵੀ ਘਟੀਆ ਚੀਜ਼ ਆਈ ਤੇ ਤੁਹਾਡੇ ਮਨ ਨੇ ਉਹਦੇ ਤੁਰ ਪੈਣਾ, ਕਿਉਂਕਿ ਤੁਹਾਡੇ ਕੋਲ ਸ਼ਕਤੀ ਨਹੀਂ ਹੈਗੀ। ਤੁਸੀਂ ਆਪਣੀਆਂ ਇੰਦਰੀਆਂ ਤੇ ਸੰਜਮ ਨਹੀਂ ਕਰ ਸਕਦੇ। ਮਤਲਬ ਜਦੋਂ ਗੱਡੀ ਦਾ ਸਟੀਅਰਿੰਗ ਤੁਹਾਡੇ ਹੱਥ 'ਚ ਪੂਰਾ ਟਾਈਟ ਹੋਵੇ, ਭਾਵੇਂ ਖੱਡਾ ਆ ਵੀ ਜਾਵੇ ਤਾਂ ਵੀ ਜਿਹੜਾ ਨਾ ਥੋੜਾ ਝਟਕਾ ਵੱਜੂਗਾ, ਪਰ ਗੱਡੀ ਹਿੱਲੂਗੀ ਨਹੀਂ। ਨਿੱਜਰ ਸਾਹਿਬ, ਗੱਡੀ ਸਿੱਧੀ ਜਾਊਗੀ। ਬਿਲਕੁਲ। ਤੇ ਜਦੋਂ ਤੁਹਾਡਾ ਸਟੀਅਰਿੰਗ ਤੇ ਹੱਥ ਢਿੱਲਾ ਵਾ ਤੇ ਜਦੋਂ ਬੀਟਾ ਆ ਗਿਆ, ਖੱਡਾ ਆ ਗਿਆ, ਟਾਇਰ ਦੀ ਮੂਵਮੈਂਟ ਉਹਨਾਂ ਚੇਂਜ ਕਰ ਦੇਣੀ। ਬਿਲਕੁਲ। ਇਸ ਕਰਕੇ ਤੁਹਾਡੇ ਜੀਵਨ ਦੀ ਜਿਹੜੀ ਡੋਰ ਹੈ ਨਾ, ਉਹ ਹੈ ਤੁਹਾਡੇ ਧਿਆਨ ਦੇ ਉੱਤੇ। ਜੇਕਰ ਤੁਹਾਡਾ ਧਿਆਨ ਪੱਕਿਆ ਹੈ, ਤੁਸੀਂ ਸਾਧਨਾ ਕਰ ਕਰਕੇ ਮਨ ਨੂੰ ਸਾਧ ਲਿਆ ਮਤਲਬ ਉਹਦੀ ਬਿਮਾਰੀ ਖਤਮ ਕਰਤੀ, ਉਹਦੇ ਔਗਣਾਂ ਨੂੰ ਖਤਮ ਕਰਤਾ, ਉਹਦੀ ਕੰਪਨ ਨੂੰ ਖਤਮ ਕਰਤਾ। ਹੁਣ ਜਦੋਂ ਕੋਈ ਚੀਜ਼ ਉੱਤੇ ਡਿੱਗੂਗੀ ਵੀ ਤੇ ਅਸਰ ਨਹੀਂ ਕਰਨਾ। ਕਿਉਂ ਨਹੀਂ ਕਰਨਾ? ਕਿਉਂਕਿ ਸਾਧਿਆ ਮਨ ਹੈ। ਤੁਹਾਨੂੰ ਪਤਾ ਲੱਗ ਜਾਣਾ ਕਿ ਮੇਰੇ ਚਿੱਤ 'ਚ ਕਿਹੜਾ ਵਿਚਾਰ ਆ ਗਿਆ। ਦੇਖੋ, ਬ੍ਰਹਮ ਗਿਆਨੀ ਨੂੰ ਪਤਾ ਹੁੰਦਾ ਹੈ ਕਿ ਮੇਰੇ ਚਿੱਤ 'ਚ ਕਿਹੜਾ ਵਿਚਾਰ ਆ ਗਿਆ, ਪਰ ਸਧਾਰਨ ਬੰਦੇ ਨੂੰ ਵਿਚਾਰੇ ਨੂੰ ਪਤਾ ਕੁਛ ਨਹੀਂ। ਉਹ ਤਾਂ ਸੋਚਦਾ ਕਿ ਬਹੁਤ ਵਧੀਆ ਵਿਚਾਰ ਨੇ, ਪਰ ਬ੍ਰਹਮ ਗਿਆਨੀ ਨੂੰ ਪਤਾ ਲੱਗ ਜਾਂਦਾ ਹੈ ਕਿ ਕਾਮ ਦਾ ਵਿਚਾਰ ਆ ਗਿਆ, ਕ੍ਰੋਧ ਦਾ ਆ ਗਿਆ, ਲੋਭ ਦਾ ਆ ਗਿਆ, ਮੋਹ ਦਾ ਆ ਗਿਆ, ਹੰਕਾਰ ਦਾ ਆ ਗਿਆ, ਕਿਸੇ ਵੀ ਰੂਪ 'ਚ ਆ ਜਾਏ। ਠੀਕ ਹੈ ਜੀ। ਇਹ ਨਹੀਂ ਕਿ ਬ੍ਰਹਮ ਗਿਆਨੀ ਦੇ ਚਿੱਤ ਤੇ ਕੁਛ ਨਹੀਂ ਜਾਉਣਾ। ਚਿੱਤ ਤੇ ਨਿੱਜਰ ਸਾਹਿਬ ਪ੍ਰਕਿਰਤੀ 'ਚ ਬੈਠਾ ਅਗਲਾ। ਬਿਲਕੁਲ ਸਹੀ ਗੱਲ ਹੈ। ਉਹ ਰਿਫਲੈਕਸ਼ਨ ਆਉਣੀ ਆ। ਹੁਣ ਤੁਸੀਂ ਬਾਹਰ ਚੱਲ ਜਾਓ ਤੇ ਮੀਂਹ ਤੇ ਪੈਣਾ ਹੀ ਪੈਣਾ ਭਾਈ, ਭਾਵੇਂ ਤੁਸੀਂ ਛਤੜੀ ਫੜੀ ਆ, ਪਰ ਫਿਰ ਵੀ ਉਹਦਾ ਪ੍ਰਭਾਵ ਤੁਹਾਡੇ ਆਲੇ ਦੁਆਲੇ ਰਹਿਣਾ ਹੀ ਆ, ਕਿਉਂਕਿ ਪ੍ਰਕਿਰਤੀ ਦੇ ਵਿੱਚ ਹੋ ਰਿਹਾ। ਉਹ ਤੁਹਾਡਾ ਸਰੀਰ ਪ੍ਰਕਿਰਤੀ ਤੋਂ ਬਣਿਆ ਹੈ ਨਿੱਜਰ ਸਾਹਿਬ। ਬਿਲਕੁਲ ਸਹੀ ਹੈ ਜੀ। ਕਿਉਂਕਿ ਪ੍ਰਕਿਰਤੀ ਨੇ ਆਪਣਾ ਨਿਯਮ ਥੋੜੀ ਬਦਲ ਦੇਣਾ ਹੈ। ਪ੍ਰਕਿਰਤੀ ਆਪਣੇ ਤੇ ਫਿਰ ਤੁਹਾਨੂੰ ਗੁਰਮੁਖਾਂ ਦੀ ਸੰਗਤ 'ਚ ਕੀ ਪਤਾ ਲੱਗੇਗਾ? ਉਹਨਾਂ ਨੇ ਕਹਿਣਾ ਬਈ ਤੂੰ ਜਿੱਦਾਂ ਦੇ ਨਾਲ। ਗੋਰਕੀ ਸਾਹਿਬ, ਬਹੁਤ ਜ਼ਿਆਦਾ ਡਿਸਟਰਬੈਂਸ ਆ ਰਹੀ ਹੈ, ਬਹੁਤ ਜ਼ਿਆਦਾ ਕਟਰ। ਤੁਹਾਡੀ ਆਵਾਜ਼ ਨਹੀਂ ਸੁਣ ਰਹੀ ਹੁਣ ਸਾਨੂੰ। ਹੁਣ ਦੇਖੋ, ਪਤਾ ਨਹੀਂ ਤੁਹਾਡੀ ਬੈਟਰੀ ਡਾਊਨ ਹੋ ਗਈ ਹੋਣੀ ਹੈ ਸ਼ਾਇਦ, ਤੁਹਾਡੇ ਜਿਹੜੇ ਈਅਰਫੋਨ ਦੀ। ਉਹਨੂੰ ਲਾ ਦਿਓ ਤੁਸੀਂ, ਈਅਰਫੋਨ ਨੂੰ ਪਾਸੇ ਕਰ ਦਿਓ, ਡਾਇਰੈਕਟ ਫੋਨ ਤੋਂ ਹੀ ਬੋਲੋ। ਬੜਾ ਉਹ ਜਿਹੜਾ ਬਸ ਹੋ ਗਈ, ਕਥਾ ਸਮਾਪਤੀ ਹੋ ਗਈ ਹੈ। ਹਾਂਜੀ, ਹੁਣ ਠੀਕ ਹੈ ਆਵਾਜ਼। ਹਾਂ, ਤੇ ਹੁਣ ਇਹਦੇ ਵਿੱਚ ਇਹੋ ਹੀ ਆ ਸਾਧ ਸੰਗਤ ਜੀ ਕਿ ਜਦੋਂ ਚਿੱਤ ਸ਼ਾਂਤ ਹੋ ਗਿਆ ਤੇ ਫਿਰ ਕੀ ਹੋਵੇਗਾ ਤੇ ਤੁਹਾਡਾ ਜਿਹੜਾ ਜੀਵਨ ਹੈ ਆਪਣੇ ਆਪ ਹੀ ਬਦਲ ਜਾਣਾ। ਨਾਮ ਤੋਂ ਬਿਨਾਂ ਚਿੱਤ ਸ਼ਾਂਤ ਨਹੀਂ ਹੋ ਸਕਦਾ। ਤੇ ਜਿੰਨਾ ਚਿਰ ਤੱਕ ਚਿੱਤ ਨਹੀਂ ਸ਼ਾਂਤ ਹੁੰਦਾ, ਉਹਨਾਂ ਚਿਰ ਤੱਕ ਇਹ ਭੋਗਾਂ ਤੋਂ ਤੁਹਾਨੂੰ ਮੁਕਤੀ ਪ੍ਰਾਪਤ ਨਹੀਂ ਹੋਵੇਗੀ। ਚਿੱਤ ਦੇ ਸ਼ਾਂਤ ਹੋਣ ਦੇ ਨਾਲ ਤੁਹਾਡੇ ਜੀਵਨ 'ਚ ਸੰਤੋਖ ਆਉਣਾ ਵਾ, ਤੇ ਸੰਤੋਖ ਆਉਣ ਦੇ ਨਾਲ ਤੁਹਾਡਾ ਜੀਵਨ ਤੇ ਕੰਟਰੋਲ ਆਉਣਾ। ਸਬਰ। ਹਾਂ, ਸਬਰ ਤੇ ਸੰਤੋਖ। ਤੇ ਜੇਕਰ ਸਬਰ ਨਹੀਂ ਹੈਗਾ, ਸੰਤੋਖ ਨਹੀਂ ਹੈਗਾ, ਕਿੱਥੋਂ ਆਉਣਾ ਹੈ ਸਬਰ ਤੇ ਸੰਤੋਖ? ਇਹ ਤੇ ਸ਼ਕਤੀਆਂ ਹੈਗੀਆਂ ਨੇ, ਇਹ ਭਗਤੀ ਤੋਂ ਬਿਨਾਂ ਨਹੀਂ ਆ ਸਕਦੀਆਂ। ਕਈ ਕਹਿੰਦੇ ਨੇ ਆਪਾਂ ਕੋਈ ਸਬਰ ਕਰ, ਕਿੱਦਾਂ ਕੋਈ ਸਬਰ ਕੋਈ ਮਨ ਨੂੰ ਸਮਝਾਉਣ ਦਾ ਵਿਸ਼ਾ ਥੋੜੀ ਹੈ ਨਿੱਜਰ ਸਾਹਿਬ। ਉਹ ਤੁਹਾਡੇ ਅੰਦਰ ਇੱਕ ਮਹਿਤਾ ਪੈਦਾ ਹੋ ਜਾਂਦਾ ਵਾ। ਜਿਹੜਾ ਸਬਰ ਤੇ ਸੰਤੋਖ ਹੈ ਨਿੱਜਰ ਸਾਹਿਬ, ਇਹ ਤੁਹਾਡੇ ਸੂਖਮ ਸਰੀਰ ਦੀ ਸ਼ਕਤੀ ਹੈ। ਬਿਲਕੁਲ। ਤੁਹਾਡੇ ਸ਼ਾਂਤ ਚਿੱਤ ਤੋਂ ਬਾਅਦ ਇਹ ਸ਼ਕਤੀਆਂ ਤੁਹਾਡੇ ਅੰਦਰ ਆਉਂਦੀਆਂ ਨੇ। ਸਬਰ ਦੇ ਵਿੱਚ ਤੁਸੀਂ ਜੀਵਨ ਬਤੀਤ ਕਰਦੇ ਜੋ। ਸੰਤੋਖ ਦਾ ਭਾਵ ਕਿ ਜੋ ਵੀ ਥਾਲੀ ਦੇ ਵਿੱਚ ਆ ਗਿਆ ਉਹਨੂੰ ਗ੍ਰਹਿਣ ਕਰ ਲਓ। ਪਰ ਬੰਦਾ ਗ੍ਰਹਿਣ ਨਹੀਂ ਜੇ ਕਰਦਾ, ਬੰਦਾ ਤੇ ਰੌਲਾ ਪਾਉਂਦਾ। ਪਹਿਲੀ ਗੱਲ ਤੇ ਇਹਦਾ ਰਿਸ਼ਤਾ ਨਹੀਂ ਹੁੰਦਾ ਤੇ ਤਰਲੇ ਲੈਂਦਾ ਮੇਰਾ ਵਿਆਹ ਹੋ ਜੇ। ਫਿਰ ਜਦੋਂ ਵਿਆਹ ਹੋ ਜਾਂਦਾ ਫਿਰ ਕਹਿੰਦਾ ਕਿ ਤੂੰ ਮੈਚ ਹੀ ਨਹੀਂ ਹੈਗੀ ਮੇਰੀ, ਹੈਨਾ। ਜਾਂ ਔਰਤ ਵੀ ਕਹਿੰਦੀ ਹੈ ਕਿ ਤੂੰ ਹੀ ਮੇਰਾ ਮੈਚ ਨਹੀਂ ਹੈਗਾ। ਬੰਦਾ ਪੁੱਛੇ ਜੇ ਮੈਚ ਨਹੀਂ ਤੇ ਕਿਤੇ ਹੋਰ ਵਿਆਹ ਕਰ ਲੈਣਾ ਸੀ, ਜ਼ਰੂਰੀ ਇਹਦੇ ਨਾਲ ਕਰਨਾ ਸੀ?
ਉਦੋਂ ਆਪਸ਼ਨ ਨਹੀਂ ਹੈਗਾ ਸੀ ਤੁਹਾਡੇ ਕੋਲ। ਤੁਸੀਂ ਤਰਲੇ ਲੈ ਲੈ ਕੇ ਵਿਆਹ ਕੀਤਾ ਉਦੋਂ, ਪਰ ਮੁੜ ਕੇ ਬੰਦਾ ਭੁੱਲ ਜਾਂਦਾ। ਮੁੜ ਕੇ ਬੰਦੇ ਨੂੰ ਆਪਣੀ ਆ ਜਾਂਦੀ ਆ ਹਉਮੈ ਕਿ ਮੈਂ ਬੜਾ ਉੱਚਾ ਵਾਂ, ਇਹ ਕੁਛ ਵੀ ਨਹੀਂ, ਲੈਵਲ ਘੱਟ ਆ, ਫਲਾਨਾ ਟਿਮਕਾ। ਪਰ ਉਦੋਂ ਤਰਲੇ ਲੈਂਦਾ ਬੰਦਾ ਕਿ ਸ਼ੁਕਰ ਕਰੋ ਮੇਰਾ ਵਿਆਹ ਹੋ ਗਿਆ ਉਦੋਂ। ਪਰ ਇਹੋ ਜੀਵਨ ਆ। ਸੰਤੋਖ ਦਾ ਮਤਲਬ ਜੋ ਕੁਝ ਮਿਲ ਗਿਆ ਨਾ ਥਾਲੀ ਦੇ ਵਿੱਚ, ਉਹਨੂੰ ਗ੍ਰਹਿਣ ਕਰੋ, ਰੌਲਾ ਨਾ ਪਾਓ ਬਹੁਤਾ। ਕਿਉਂ? ਕਿਉਂਕਿ ਰੌਲਾ ਪਾਉਣ ਦੇ ਨਾਲ ਦੁੱਖ ਵਧਣਾ ਹੈ, ਘਟਨਾ ਨਹੀਂ। ਇਹ ਜੀਵਨ ਏਦਾਂ ਦਾ ਹੀ ਹੈ। ਸੋ ਅੱਜ ਦੀ ਵਿਚਾਰ ਇੱਥੇ ਸਮਾਪਤ ਕਰ ਰਹੀ ਨਜ਼ਰ ਸਾਹਿਬ। ਹਾਂਜੀ ਵੀਰ ਜੀ, ਬਹੁਤ ਵਧੀਆ। ਤੇ ਇੱਕ ਗੋਰਕੀ ਸਾਹਿਬ ਅਰਦਾਸ ਕਰ ਦੇਣਾ, ਆਪਣੇ ਸਾਧਕ ਹੀ ਹੈਗੇ, ਆਪਣੇ ਨਾਲ ਰੋਜ਼ ਹੀ ਹੁੰਦੇ ਆ, ਤੇ ਉਹਨਾਂ ਦਾ ਬੇਟਾ ਹੈਗਾ ਇੱਕ ਬਾਹਰ ਗਿਆ ਹੋਇਆ, ਤੇ ਬਜ਼ੁਰਗ ਹੈਗੇ, ਉਹ ਟੇਕ ਕੇਅਰ ਨਹੀਂ ਕਰ ਰਿਹਾ ਬਿਲਕੁਲ ਵੀ, ਤੇ ਜਰਾ ਪਲੀਜ਼ ਕਰ ਦੇਣਾ ਅਰਦਾਸ। ਹਾਂ, ਉਹ ਤੇ ਉਹ ਬੰਦਾ ਆਪਣਾ ਜ਼ਿੰਮੇਵਾਰੀ ਭੁੱਲ ਗਿਆ। ਮੈਂ ਤੇ ਤੁਹਾਨੂੰ ਬਾਰ-ਬਾਰ ਕਹਿਣਾ, ਹੁਣ ਇਹਨਾਂ ਵਿਚਾਰਿਆਂ ਨੂੰ ਲੋੜ ਹੈ ਉਹਦੀ। ਉਹ ਬੰਦਾ ਵਾਈਟ ਬਲੱਡ ਹੋ ਗਿਆ। ਹੁਣ ਖਾਸ ਕਰਕੇ ਜਿਨ੍ਹਾਂ ਦੇ ਬੱਚੇ ਬਾਹਰ ਜਾਂਦੇ ਨੇ, ਉਦੋਂ ਮਾਂ ਪਿਓ ਬੜੇ ਚਾਅ ਦੇ ਨਾਲ ਬੱਚੇ ਨੂੰ ਭੇਜਦੇ ਕਿ ਸਾਡਾ ਬੱਚਾ ਅਮਰੀਕਾ ਗਿਆ, ਕੈਨੇਡਾ ਗਿਆ। ਪਤਾ ਹੀ ਉਦੋਂ ਲੱਗਣਾ ਕਿ 5-7 ਸਾਲ ਬਾਅਦ ਉਹਨੇ ਭੁੱਲ ਹੀ ਜਾਣਾ ਇਹਨਾਂ ਨੂੰ। ਤੁਸੀਂ ਉਹ ਚਲੇ ਵੀ ਗਏ ਤੇ ਅਗਲੇ ਨੇ ਉਹਨੇ ਕਹਿਣਾ ਵੀ ਸਾਡੀ ਪ੍ਰਾਈਵੇਸੀ ਹੈ, ਤੂੰ ਕਿੱਥੇ ਆ ਗਿਆ ਭਾਈ, 2 ਮਹੀਨੇ ਲਾ ਕੇ ਘਰ ਨੂੰ ਜਾ। ਇਹ ਜੀਵਨ ਆ। ਔਰ ਉਹ ਨਹੀਂ ਸੋਚਦਾ ਕਿ ਜੋ ਮੈਂ ਕਰ ਰਿਹਾ ਕੱਲ ਨੂੰ ਮੇਰੇ ਨਾਲ ਵੀ ਏਦਾਂ ਹੀ ਹੋਣਾ। ਉਹ ਤਾਂ ਆਪਣੀ 1.5 ਸਾਲ ਹੋਇਆ, 2 ਸਾਲ ਵਿਆਹ ਹੋਏ ਨੂੰ, ਆਪਣੀ ਘਰ ਵਾਲੀ ਦੀ ਵੀ ਕੇਅਰ ਨਹੀਂ ਕਰ ਰਿਹਾ ਉੱਥੇ। ਉਹੀ ਜੇ ਪੰਗਾ ਨਾ ਨਿੱਜਰ ਸਾਹਿਬ, ਕੀ ਉਹਨੇ ਕੇਅਰ ਕਰਨੀ। ਉਹ ਬੰਦਾ ਥੋੜੀ ਆ। ਆਪਣੀਆਂ ਜ਼ਿੰਮੇਵਾਰੀਆਂ ਤੇ ਨਿਭਾਓ। ਚਲੋ ਅਰਦਾਸ ਕਰਦੇ ਹਾਂ, ਪ੍ਰਮਾਤਮਾ ਸ਼ਾਇਦ ਉਹਨੂੰ ਸਮੱਤ ਬਖਸ਼ੇ। ਅੱਜ ਦੀ ਸਾਧ ਸੰਗਤ ਜੀ ਵਿਚਾਰ ਇੱਥੇ ਹੈ। ਜੀਵਨ ਨੂੰ ਚੰਗੀ ਤਰ੍ਹਾਂ ਬਤੀਤ ਕਰੀਏ। ਆਪਾਂ ਸਾਰ ਦੀ ਗੱਲ ਕਰ ਲਈਏ। ਸਾਰ ਇਹੋ ਆ, ਹੰਸ ਬਣਨਾ ਹੈ। ਜਿੱਦਾਂ ਹੰਸ ਸੁੱਚੇ ਮੋਤੀ ਤੇ ਝੂਠੇ ਮੋਤੀਆਂ ਦੇ ਵਿੱਚ ਜੋ ਭੇਦ ਹੈ ਉਹਨੂੰ ਜਾਣਦਾ ਹੈ, ਕਿਉਂਕਿ ਉਹਦੇ ਕੋਲ ਬੁੱਧੀ ਹੈਗੀ ਹੈ। ਇਸੇ ਤਰ੍ਹਾਂ ਬਾਣੀ ਕਹਿੰਦੀ ਕਿ ਤੂੰ ਹੰਸ ਬਣ ਜਾ। ਸਹੀ ਤੇ ਗਲਤ ਦੇ ਵਿੱਚ ਜੋ ਫਰਕ ਹੈ ਨਾ, ਉਹਨੂੰ ਕਰਨ ਤੋਂ ਪਹਿਲਾਂ ਤੈਨੂੰ ਪਤਾ ਹੋਣਾ ਚਾਹੀਦਾ। ਕਿਉਂਕਿ ਤੂੰ ਜੇਕਰ ਕਾਂ ਵਾਂਗੂ ਜੀਵਨ ਬਤੀਤ ਕਰੇਗਾ ਤੇ ਫਿਰ ਆਊਟਪੁੱਟ ਨਹੀਂ ਨਿਕਲੇਗਾ। ਜੇਕਰ ਹੰਸ ਨਕਲੀ ਮੋਤੀ ਖਾ ਲੈਂਦਾ ਹੈ ਤੇ ਕੀ ਹੋਏਗਾ? ਹੰਸ ਬਿਮਾਰ ਹੋ ਜਾਣਾ ਵਾ। ਇਸੇ ਤਰ੍ਹਾਂ ਜਿਹੜਾ ਸਾਡੇ ਅੰਦਰ ਹੰਸ ਹੈ ਨਾ, ਉਹ ਕਾਂ ਬਣ ਗਿਆ ਗਲਤੀ ਦੇ ਨਾਲ, ਔਰ ਉਹਦੇ ਅੰਦਰ ਵਿਵੇਕ ਬੁੱਧੀ ਨਹੀਂ ਹੈਗੀ। ਇਸ ਕਰਕੇ ਉਹ ਗਲਤ ਨਕਲੀ ਮੋਤੀ ਖਾ ਰਿਹਾ ਹੈ। ਔਰ ਤੁਸੀਂ ਇਹਨੂੰ ਰੋਕ ਸਕਦੇ ਜੋ, ਕਿਉਂਕਿ ਤੁਸੀਂ ਸਾਖੀ ਹੈਗੇ ਜੋ, ਤੁਸੀਂ ਉਹਦੇ ਲਾਗੇ ਖਲੋਤੇ ਜੋ। ਉਹਦੇ ਤੁਹਾਡੇ ਤੋਂ ਬਿਨਾਂ ਨਾ ਤੁਹਾਡਾ ਮਨ, ਨਾ ਤੁਹਾਡੀ ਬੁੱਧੀ, ਨਾ ਤੁਹਾਡਾ ਚਿੱਤ, ਕੋਈ ਕੁਛ ਨਹੀਂ ਕਰ ਸਕਦਾ। ਤੁਸੀਂ ਪ੍ਰਮਾਤਮਾ ਜੋ, ਆਤਮਾ ਜੋ। ਤੁਸੀਂ ਬਸ ਉੱਥੇ ਕੁਐਸਚਨ ਮਾਰਕ ਲਾਉਣਾ ਹੈ, ਉਹਨੂੰ ਜਿਹੜਾ ਬੁੱਧੀ ਦੇ ਫਿਲਟਰ ਦੇ ਵਿੱਚੋਂ ਚੀਜ਼ ਕੱਢਣੀ। ਜੇ ਬੁੱਧੀ ਤੁਹਾਡੀ ਕਹਿੰਦੀ ਆ ਕੰਮ ਸਹੀ ਆ ਤੇ ਕਰ ਦੋ, ਪਰਵਾਹ ਹੀ ਨਹੀਂ। ਪਰ ਜੇ ਬੁੱਧੀ ਕਹਿੰਦੀ ਹੈ ਕੰਮ ਗਲਤ ਆ, ਤੇ ਫਿਰ ਦੁਸ਼ਮਣ ਵੇਖ ਕੇ ਆਪਾਂ ਅਟੈਂਸ਼ਨ ਚ ਆ ਜਾਂਦੇ ਨਾ, ਇੱਕਦਮ ਚੁਕੰਨੇ ਹੋ ਜਾਂਦੇ ਆ। ਉਸੇ ਤਰ੍ਹਾਂ ਜਦੋਂ ਤੁਹਾਡੇ ਚ ਕੋਈ ਔਗਣ ਵਿਰੋਧੀ ਵਿਚਾਰ ਆਵੇ ਚਿੱਤ ਦੇ ਵਿੱਚ, ਤੇ ਅਟੈਂਸ਼ਨ ਕਰ ਲਓ ਔਰ ਉਹਨੂੰ ਮਾਰ ਕੇ ਡਾਂਗ ਤੇ ਬਾਹਰ ਕੱਢੋ। ਡਾਂਗ ਕਿਹੜੀ? ਬੁੱਧੀ ਦੀ। ਉਹਦੀ ਕਾਉਂਸਲਿੰਗ ਕਰੋ। ਆਖਰ ਤੱਕ ਜਾਓ ਕਿ ਜੇਕਰ ਤੁਸੀਂ ਉਹ ਕਾਰਜ ਨੂੰ ਕਰਦੇ ਹੋ ਤੇ ਉਹਦਾ ਰਿਜ਼ਲਟ ਕੀ ਨਿਕਲੇਗਾ, ਸਿੱਟਾ ਕੀ ਨਿਕਲੇਗਾ। ਜਦੋਂ ਸਿੱਟਾ ਨਿਕਲ ਜਾਂਦਾ ਹੈ, ਮਨ ਤੁਹਾਡੇ ਨੂੰ ਪਤਾ ਲੱਗ ਗਿਆ ਇਹ ਤੇ ਬੜੀ ਮਾੜੀ ਚੀਜ਼ ਹੈ, ਇਹ ਤੇ ਜ਼ਹਿਰ ਹੈਗਾ, ਇਹਨੇ ਆਉਣ ਵਾਲੇ ਸਮੇਂ 'ਚ ਮੇਰਾ ਜੀਵਨ ਨਸ਼ਟ ਕਰ ਦੇਣਾ, ਫਿਰ ਉਹ ਬਾਣੀ ਕਹਿੰਦੀ ਨਾ ਕੰਮ ਕਰੋ, ਉਹਨੂੰ ਕੈਂਸਲ ਕਰ। ਕਿਉਂ? ਕਿਉਂਕਿ ਤੁਹਾਡੇ ਕੋਲ ਪਾਵਰ ਹੈਗੀ ਹੈ। ਅੱਜ ਦੀ ਵਿਚਾਰ ਇੱਥੇ ਸਮਾਪਤ ਕਰਦੇ। ਹਾਂਜੀ ਵੀਰ ਜੀ। ਰਣਜੀਤ ਜੀ ਮਾਈਕ ਬੰਦ ਕਰ ਦਿਓ ਤੁਸੀਂ। ਮੈਂ ਕਰ ਦੇਣਾ ਜੀ ਇਹਨਾਂ ਦਾ ਸ਼ਾਇਦ। ਇੱਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਹ ਮੇਰੇ ਪਿਤਾ ਗਰੀਬ ਨਿਵਾਜ ਬਾਣੀ ਪੜ੍ਹਦੇ ਆ, ਵਿਚਾਰ ਕਰਦੇ ਆ, ਬਾਣੀ ਸਰਵਣ ਕਰਦੇ ਆ। ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਤੇ ਗਲਤੀਆਂ ਹੋ ਗਈਆਂ। ਨਿਦਾਨ ਬੱਚੇ ਸੁਣ ਕੇ ਮਾਫ ਕਰੋ।
ਅੱਗੇ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ਣੀ ਮੇਰੇ ਪਿਤਾ। ਤੁਹਾਨੂੰ ਸਮੱਤ ਬਖਸ਼ਣੀ, ਆਪਣੇ ਚਰਨਾਂ 'ਚ ਜਗ੍ਹਾ ਬਖਸ਼ਣੀ, ਤਾਂ ਜੋ ਅਸੀਂ ਇਸ ਜੀਵਨ ਦਾ ਪੂਰਾ ਲਾਹਾ ਪ੍ਰਾਪਤ ਕਰ ਲਈਏ। ਅੱਜ ਜਿੰਨੀ ਵੀ ਬਾਣੀ ਪੜ੍ਹੀ ਹੈ, ਵਿਚਾਰ ਕੀਤੀ ਹੈ, ਮੇਰੇ ਪਿਤਾ ਸਾਰੇ ਜੋ ਵੀ ਚੰਗੇ ਭਾਵ ਨੇ ਉਹ ਸਾਡੇ ਹਿਰਦੇ 'ਚ ਵਸਾਓ। ਮੇਰੇ ਪਿਤਾ ਜੀ ਦੋ ਅਰਦਾਸਾਂ ਨੇ, ਇੱਕ ਤੇ ਪਤਨੀ ਆਪਣੇ ਪਤੀ ਦੀ ਅਰਦਾਸ ਕਰਾ ਰਹੀ ਹੈ। ਉਹਨਾਂ ਦਾ ਪਤੀ ਜੋ ਹੈ ਉਹ ਲੋੜ ਤੋਂ ਜ਼ਿਆਦਾ ਸ਼ਰਾਬ ਪੀ ਰਿਹਾ ਹੈ ਔਰ ਬਹੁਤ ਜ਼ਿਆਦਾ ਗਲਤ ਬੋਲਦਾ ਹੈ। ਆਪ ਉਹਨਾਂ ਨੂੰ ਸਮੱਤ ਬਖਸ਼ੋ ਤਾਂ ਜੋ ਸਹੀ ਜੀਵਨ ਬਤੀਤ ਕਰੇ। ਇੱਕ ਹੋਰ ਅਰਦਾਸ ਹੈ ਮੇਰੇ ਪਿਤਾ, ਉਹ ਆਪਣੇ ਸਾਧਕ ਨੇ, ਆਪ ਜਾਣੀ ਜਾਣ ਜੋ ਉਹਨਾਂ ਦਾ ਬੱਚਾ ਹੈ, ਉਹ ਬੱਚਾ ਥੋੜਾ ਜਿਹਾ ਜੀਵਨ ਤੋਂ ਭੱਜ ਰਿਹਾ ਹੈ, ਜ਼ਿੰਮੇਵਾਰੀ ਤੋਂ ਭੱਜ ਰਿਹਾ ਹੈ। ਆਪ ਉਹਨੂੰ ਸਮੱਤ ਬਖਸ਼ੋ ਮੇਰੇ ਪਿਤਾ। ਤੁਹਾਡੀ ਇਜਾਜ਼ਤ ਤੋਂ ਬਿਨਾਂ ਤੇ ਧਰਤੀ ਤੋਂ ਪਤਾ ਵੀ ਨਹੀਂ ਹਿਲ ਸਕਦਾ ਮੇਰੇ ਪਿਤਾ। ਆਪ ਉਹਨੂੰ ਸਮੱਤ ਬਖਸ਼ੋ ਤਾਂ ਜੋ ਆਪਣੀ ਜ਼ਿੰਮੇਵਾਰੀ ਨਿਭਾਵੇ। ਚਾਹੇ ਉਹਦੀ ਜ਼ਿੰਮੇਵਾਰੀ ਪਤਨੀ ਪ੍ਰਤੀ ਹੈ, ਚਾਹੇ ਉਹਦੀ ਜ਼ਿੰਮੇਵਾਰੀ ਮਾਂ ਬਾਪ ਪ੍ਰਤੀ ਹੈ, ਉਹ ਸਹੀ ਤਰੀਕੇ ਨਾਲ ਉਹਨਾਂ ਨੂੰ ਪੂਰਾ ਕਰੇ ਮੇਰੇ ਮਨ। ਆਪ ਉਹਨੂੰ ਸਮੱਤ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ। ਤਾਂ ਸੰਗਤ ਤੁਸੀਂ ਚੁੱਪ ਹੋ ਜਾਓ। ਵਾਹਿਗੁਰੂ 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 ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ